ਕਈ ਵਿਲੇजेस ਇਹੋ ਜਿਹੇ ਵੀ ਨੇ ਜਿਨ੍ਹਾਂ 'ਚ ਬਹੁਤ ਸਾਰੇ ਮਲਟੀਪਲ ਸੁਸਾਈਡ ਸੀਗੀਆਂ, ਜਿਵੇਂ ਫਾਦਰ ਦੈਨ ਐਲਡਰ ਸਨ, ਫਿਰ ਉਸ ਦਾ ਛੋਟਾ ਬੇਟਾ। ਅਸੀਂ ਇਹ ਘਰਾਂ 'ਚ ਕਈ ਵਾਰੀ ਮੈਂ ਉਹਦੇ ਨਾਲ ਵੀ ਗਈ ਹਾਂ। ਅਸੀਂ ਇਹ ਘਰਾਂ 'ਚ ਜਾਂਦੇ ਸੀਗੇ ਪੁੱਛਣ ਕਿ ਕੀ ਹੋਇਆ। ਬੜਾ ਮੁਸ਼ਕਿਲ ਲੱਗਦਾ ਸੀਗਾ ਕਿਉਂਕਿ ਕਿਸੇ ਦੇ ਘਰ ਵਿੱਚ ਟ੍ਰੈਜਡੀ ਹੋਈ ਤੇ ਫਿਰ ਤੁਸੀਂ ਜਾ ਕੇ ਉਹਦੇ ਬਾਰੇ ਪੁੱਛੋ। ਸਾਡੇ ਕੋਲ ਕੁਝ ਉਹਨਾਂ ਨੂੰ ਦੇਣ ਵਾਸਤੇ ਦਾ ਕੁਝ ਵੀ ਨਹੀਂ ਸੀਗਾ, ਤਾਂ ਬਹੁਤ ਬੁਰਾ ਲੱਗਦਾ ਸੀਗਾ। ਕੋਈ ਇਹੋ ਜਿਹੀ ਚੀਜ਼ ਕਰੀਏ ਜਿਹਦੇ ਨਾਲ ਅਸੀਂ ਜਾ ਕੇ ਡਾਟਾ ਕਲੈਕਟ ਕਰਦੇ ਹਾਂ, ਅਸੀਂ ਕੁਝ ਦੇ ਵੀ ਸਕੀਏ। ਓਕੇ, ਸੋ ਵੀ ਸਟਾਰਟਡ ਐਨ NGO ਕਾਲਡ ਰੈਸਕਿਊ ਐਂਡ ਰਿਵਾਈਵਲ। ਸੋ ਇਨ ਰੈਸਕਿਊ ਐਂਡ ਰਿਵਾਈਵਲ ਵੀ ਹਿੱਟ ਐਂਡ ਟਰਾਈ ਮੈਥਡ ਨਾਲ ਕਿ ਅਸੀਂ 1000 ਰੁਪਇਆ ਪਰ ਫੈਮਿਲੀ ਨੂੰ ਦਿੱਤਾ ਜਾਏ ਜਿਹਦੇ 2 ਬੱਚੇ ਮਿਨੀਮਮ ਹੋਣ। ਜੇ 3 ਹੁੰਦੇ ਨੇ ਫਿਰ ਅਸੀਂ 1500 ਦਿੰਦੇ। ਸੋਚ ਉਹੀ ਹੈ। ਸੋਚ ਹੁਣ ਥੋੜੀ ਜਿਹੀ ਜਿਹੜੇ ਆ ਕੁੜੀਆਂ ਪੜ੍ਹ ਗਈਆਂ ਨੇ ਉਹਨਾਂ ਦੇ ਘਰਦਿਆਂ ਦੀ ਸੋਚ ਆ ਹੈ ਕਿ ਇਹਨਾਂ ਨੂੰ ਰਿਸ਼ਤਾ ਅੱਛਾ ਮਿਲ ਜਾਏਗਾ। ਸਾਡੇ ਏਰੀਆ ਵਿੱਚ 40 ਕਿਲੋਮੀਟਰ ਦੇ ਰੇਡੀਅਸ ਵਿੱਚ ਕੋਈ ਕਾਲਜ ਨਹੀਂ ਸੀਗਾ। ਅਸੀਂ ਆਪਣੇ ਘਰ ਤੋਂ ਹੀ ਕਾਲਜ ਸ਼ੁਰੂ ਕੀਤਾ। 2 ਸਾਲ 1 ਸਾਲ ਕਾਲਜ ਘਰ ਤੋਂ ਚੱਲਿਆ ਕਿ ਤੁਹਾਡੀ ਸਪੋਰਟ ਜਿਹੜੀ ਉਹ ਹੁਣ ਉਹਨੂੰ ਕਹਿੰਦੇ ਹੀ ਜੀ ਸਾਹਿਬ ਦੀ ਪੈਨਸ਼ਨ ਹੈ ਪਾਪਾ ਦੇ ਨਾਂ ਤੋਂ, ਕਿ ਉਹ ਪੈਨਸ਼ਨ ਬੰਦ ਹੋ ਜਾਣੀ ਹੈ ਜੇ ਤੁਸੀਂ ਨਹੀਂ ਭੇਜੇ। ਫੈਮਲੀਜ਼ ਨੂੰ ਅਡਾਪਟ ਕਰਨਾ ਸ਼ੁਰੂ ਕੀਤਾ। ਬੜੀ ਸੈਟਿਸਫੈਕਸ਼ਨ ਹੁੰਦੀ ਸੀਗੀ। ਉਹ ਜਿਵੇਂ ਕਹਿੰਦੇ ਨਾ ਵਰਡ ਦਾਨ, ਆਈ ਹੇਟ ਦ ਵਰਡ ਦਾਨ। ਦਾਨ ਕਰਨਾ ਇਜ਼ ਨਾਟ ਅ ਨਾਈਸ ਵਰਡ। ਅੱਜ ਦੀ ਕੀਤੀ ਮਿਹਨਤ ਆਉਣ ਵਾਲੇ ਕੱਲ ਦੀ ਤਾਕਤ ਬਣਦੀ ਹੈ। ਸਤਿ ਸ਼੍ਰੀ ਅਕਾਲ ਜੀ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ 'ਚ ਬੈਠੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸ਼ੋਅ ਚੱਲ ਰਿਹਾ ਸ਼ੇਡਸ ਆਫ ਵਿਮਨ ਤੇ ਮੈਂ ਤੁਹਾਡੇ ਨਾਲ ਖੁਸ਼ੀ ਸਰਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਹੀ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਕਿਸੇ ਅਜਿਹੀ ਲੇਡੀ ਦੇ ਨਾਲ ਜਾਂ ਗਰਲ ਦੇ ਨਾਲ ਜੋ ਕਿ ਕਿਤੇ ਨਾ ਕਿਤੇ ਸੁਸਾਇਟੀ ਦੇ ਵਿੱਚ ਕੁਝ ਨਾ ਕੁਝ ਅਲੱਗ ਕਰ ਰਹੀਆਂ ਨੇ, ਆਪਣੇ ਵਜੂਦ ਨੂੰ ਮਜ਼ਬੂਤ ਕਰ ਰਹੀਆਂ ਨੇ। ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਅਸੀਂ ਸਾਰੇ ਕਹਾਂਗੇ ਕਿ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ, ਪਰ ਜਦੋਂ ਅਸੀਂ ਗਰਲਸ ਦੀ ਗੱਲ ਕਰਾਂਗੇ ਤਾਂ ਉੱਥੇ ਬਹੁਤ ਸਾਰੇ ਲੋਕ ਚੁੱਪ ਹੋ ਜਾਣਗੇ। ਜੇ ਸਕੂਲ ਕਾਲਜਿਸ ਦੇਖੀਏ ਤਾਂ ਇਹਨਾਂ ਨੇ ਸਿਰਫ ਤਾਂ ਸਿਰਫ ਐਜੂਕੇਸ਼ਨ ਨੂੰ ਇੱਕ ਬਿਜ਼ਨਸ ਬਣਾਇਆ ਹੋਇਆ। ਪਰ ਉੱਥੇ ਹੀ ਅੱਜ ਜਿਨ੍ਹਾਂ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ, ਉਹ ਇਹਨਾਂ ਗਰਲਸ ਨੂੰ, ਇਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਪੇਰੈਂਟਸ ਅਫੋਰਡ ਨਹੀਂ ਕਰ ਸਕਦੇ, ਜਾਂ ਉਹ ਵੀ ਲੋਕ ਜੋ ਕਿਤੇ ਨਾ ਕਿਤੇ ਸਟੱਡੀ ਕਰਨਾ ਚਾਹੁੰਦੇ ਨੇ ਪਰ ਨਹੀਂ ਕਰ ਪਾ ਰਹੇ, ਉਹਨਾਂ ਨੂੰ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਨੇ। ਸੋ ਅੱਜ ਜਿਨ੍ਹਾਂ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਉਹ ਚੇਅਰਪਰਸਨ ਨੇ ਜਸਮੇਰ ਸਿੰਘ JG ਕਾਲਜ ਦੇ, ਤੇ ਨਾਲ ਦੇ ਨਾਲ ਉਹ ਆਪਣੀ ਇੱਕ NGO ਵੀ ਰਨ ਕਰ ਰਹੇ ਨੇ ਜਿਸ ਦਾ ਨਾਮ ਹੈ ਬਾਬਾ ਨਾਨਕ ਐਜੂਕੇਸ਼ਨ ਸੁਸਾਇਟੀ, ਜਿਸ ਦੇ ਅੰਡਰ ਉਹ ਨਾ ਸਿਰਫ ਪੈਸਿਆਂ ਦੇ ਨਾਲ ਬਲਕਿ ਇਮੋਸ਼ਨਲੀ ਵੀ ਲੋਕਾਂ ਦੀ, ਬੱਚਿਆਂ ਦੀ ਬਹੁਤ ਸਪੋਰਟ ਕਰ ਰਹੇ ਨੇ ਤਾਂ ਕਿ ਆਪਣੀ ਲਾਈਫ ਦੇ ਵਿੱਚ ਕੁਝ ਕਰ ਸਕਣ। ਮੈਂ ਤੁਹਾਨੂੰ ਸਭ ਨੂੰ ਰੂਬਰੂ ਕਰਵਾਉਣ ਜਾ ਰਹੀ ਹਾਂ ਹਰਮਨ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲੀ ਚੀਜ਼ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਮੇਰੇ ਨਾਲ ਹੋ। ਥੈਂਕ ਯੂ, ਇਟਸ ਮਾਈ ਪਲੇਜ਼ਰ। ਜੀ, ਸੋ ਹਰਮਨ ਜੀ ਜੇਕਰ ਗੱਲ ਕਰੀਏ ਤਾਂ ਜਿੰਨਾ ਕੁ ਮੈਂ ਤੁਹਾਨੂੰ ਜਾਣਿਆ, ਤੁਹਾਡੇ ਬਾਰੇ ਮੈਨੂੰ ਪਤਾ ਹੈ, ਲਹਿਰਾ ਗਾਗਾ ਦੇ ਵਿੱਚ ਤੁਹਾਡਾ ਇੱਕ ਚੈਰੀਟੇਬਲ ਕਾਲਜ ਚੱਲ ਰਿਹਾ। ਸਭ ਤੋਂ ਪਹਿਲਾਂ ਮੈਂ ਚਾਹੁੰਦੀ ਕਿ ਤੁਸੀਂ ਦੱਸੋ ਉਹਦੇ ਕੀ ਫਾਇਦੇ ਨੇ ਉੱਥੋਂ ਦੇ ਲੋਕਾਂ ਨੂੰ। ਚੈਰੀਟੇਬਲ ਕਾਲਜ ਚਲਾਉਣ ਤੋਂ ਪਹਿਲਾਂ ਅਸੀਂ ਇੱਕ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਸੀ, ਬਾਬਾ ਨਾਨਕ ਐਜੂਕੇਸ਼ਨਲ ਸੁਸਾਇਟੀ ਜੀ। ਸੋ ਉਹਦੇ ਵਿੱਚ ਅਸੀਂ ਅਡੋਪਸ਼ਨ ਕਰਦੇ ਹੁੰਦੇ ਸੀਗੇ, ਸਪੋਰਟਿੰਗ ਦ ਫੈਮਿਲੀਜ਼ ਆਫ ਫਾਰਮਰਸ ਹੂ ਕਮਿਟਡ ਸੁਸਾਈਡ ਡਿਊ ਟੂ ਡੈਥ। ਅਤੇ ਇਹ ਇਕਨੋਮਿਕ ਹਾਰਡਸ਼ਿਪ ਵਾਲੇ ਫੈਮਿਲੀਜ਼ ਸੀਗੀਆਂ ਜਿਨ੍ਹਾਂ ਵਿੱਚ ਸੁਸਾਈਡ ਹੋਈਆਂ ਨਹੀਂ ਸੀਗੀਆਂ। ਕਈ ਵਿਲੇजेस ਇਹੋ ਜਿਹੇ ਵੀ ਨੇ ਜਿਨ੍ਹਾਂ 'ਚ ਬਹੁਤ ਸਾਰੇ ਮਲਟੀਪਲ ਸੁਸਾਈਡ ਸੀਗੀਆਂ, ਜਿਵੇਂ ਫਾਦਰ ਦੈਨ ਐਲਡਰ ਸਨ, ਫਿਰ ਉਸ ਦਾ ਛੋਟਾ ਬੇਟਾ, ਇੱਦਾਂ ਸੁਸਾਈਡ ਕੀਤੀਆਂ ਸੀਗੀਆਂ। ਅਤੇ ਜਦ ਇਹ ਫੈਮਲੀਜ਼ ਨੂੰ ਅਡੋਪਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਸੀਗਾ, ਉਹਦੇ ਨਾਲ ਹੀ ਮੇਰੇ ਸਿਸਟਰ ਆਪਣੀ PhD ਕਰ ਰਹੇ ਸੀ ਰੂਰਲ ਸੁਸਾਈਡ ਵਿੱਚ। ਸੋ ਵਾਈਲ ਸ਼ੀ ਵਾਜ਼ ਕਲੈਕਟਿੰਗ ਦ ਡੇਟਾ ਫॉर ਰੂਰਲ ਸੁਸਾਈਡਸ, ਅਸੀਂ ਇਹ ਘਰਾਂ 'ਚ ਕਈ ਵਾਰੀ ਮੈਂ ਉਹਦੇ ਨਾਲ ਵੀ ਗਈ ਹਾਂ। ਅਸੀਂ ਇਹ ਘਰਾਂ 'ਚ ਜਾਂਦੇ ਸੀਗੇ ਪੁੱਛਣ ਕਿ ਕੀ ਹੋਇਆ। ਬੜਾ ਮੁਸ਼ਕਿਲ ਲੱਗਦਾ ਸੀਗਾ ਕਿਉਂਕਿ ਕਿਸੇ ਦੇ ਘਰ ਵਿੱਚ ਟ੍ਰੈਜਡੀ ਹੋਈ ਤੇ ਫਿਰ ਤੁਸੀਂ ਜਾ ਕੇ ਉਹਦੇ ਬਾਰੇ ਪੁੱਛੋ, ਐਂਡ ਉਹ ਵੀ 1 ਮਹੀਨਾ ਪਹਿਲਾਂ ਜਾਂ 2 ਮਹੀਨੇ ਪਹਿਲਾਂ। ਬਹੁਤ ਔਖਾ ਲੱਗਦਾ ਸੀਗਾ ਜਾ ਕੇ ਐਂ ਪੁੱਛਣਾ ਔਰ ਫਿਰ ਖਾਲੀ ਹੱਥ ਵਾਪਸ ਆ ਜਾਣਾ। ਸਾਡੇ ਕੋਲ ਕੁਝ ਉਹਨਾਂ ਨੂੰ ਦੇਣ ਵਾਸਤੇ ਦਾ ਕੁਝ ਵੀ ਨਹੀਂ ਸੀਗਾ,
ਤਾਂ ਬਹੁਤ ਬੁਰਾ ਲੱਗਦਾ ਸੀਗਾ ਕਿ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਮਤਲਬ ਸੱਟਾਂ ਹੋਰ ਤਾਜ਼ੀਆਂ ਕਰਤੀਆਂ ਗੱਲ ਕਰਕੇ। ਉਹ ਵੀ ਸਾਨੂੰ ਗੱਲ ਤਾਂ ਕਰਦੇ ਸੀਗੇ, ਉਹ ਕਹਿੰਦੇ ਸੀ ਕਿ ਤੁਸੀਂ ਕਿਉਂ ਪੁੱਛ ਰਹੇ ਹੋ, ਤਾਂ ਕਹਿੰਦੇ ਅਸੀਂ ਇਹ ਡੇਟਾ ਕਲੈਕਟ ਕਰ ਰਹੇ ਹਾਂ। ਉਹਨਾਂ ਦਾ ਵੀ ਇਹੀ ਜਵਾਬ ਹੁੰਦਾ ਸੀ ਕਿ ਡੇਟਾ ਚਲੋ ਤੁਸੀਂ ਕਰ ਲਓ, ਕੋਈ ਹੋਪ ਤਾਂ ਸੀ ਨਹੀਂ ਉਹਨਾਂ ਨੂੰ ਕਿ ਇਹਦੇ 'ਚੋਂ ਸਾਨੂੰ ਕੁਝ ਮਿਲੇਗਾ। ਫਿਰ ਐਂ ਮੇਰੀ ਸਿਸਟਰ ਦਾ ਐਕਸੀਡੈਂਟ ਹੋ ਗਿਆ ਸੀ ਵਾਈਲ ਸ਼ੀ ਵਾਜ਼ ਡੂਇੰਗ ਹਰ PhD। ਫਿਰ ਉਹਦਾ ਸਾਰਾ ਡਾਕੂਮੈਂਟਡ ਡਾਟਾ ਵੀ ਡੋਨਟ ਵਾਂਟ ਕਿ ਉਹ ਵੇਸਟ ਜਾਏ। ਹਰ ਫੈਮਿਲੀ ਦੀ ਡਿਟੇਲ ਸੀਗੀ, ਹਰ ਬੱਚੇ ਦੀ ਉਮਰ ਲਿਖੀ ਹੋਈ ਸੀ, ਉਹ ਕਿਹੜੀ ਕਲਾਸ 'ਚ ਪੜ੍ਹਦੇ ਨੇ, ਕਿਉਂ ਕਰਜ਼ਾ ਲਿੱਤਾ ਸੀਗਾ, ਕਾਹਦੇ ਵਾਸਤੇ ਲਿੱਤਾ ਸੀਗਾ, ਕਿੰਨਾ ਵਾਪਸ ਦਿੱਤਾ ਗਿਆ ਨਹੀਂ ਦਿੱਤਾ ਗਿਆ, ਫਿਰ ਘਰ ਵਿੱਚ ਕੀ ਇੰਨੇ ਡਿਟੇਲ ਵਿੱਚ ਉਹਦੀ ਡਾਕੂਮੈਂਟੇਸ਼ਨ ਸੀਗੀ। ਹਰ ਪਿੰਡ ਵਿੱਚ ਕਿੰਨੇ ਕੇਸ ਹੈਗੇ ਨੇ। ਉਹਨੇ ਬਿਕੋਜ਼ ਉਹ PhD ਸੀਗੀ, ਉਹਨੇ ਤਾਂ ਗੁਰਦਾਸਪੁਰ, ਅੰਮ੍ਰਿਤਸਰ ਸਾਰੇ ਡਿਸਟ੍ਰਿਕਟਸ ਵਿੱਚ ਕੀਤਾ ਸੀਗਾ ਹਰ ਸਰਵੇ, ਪਰ ਵੀ ਬਿਲੋਂਗ ਟੂ ਸੰਗਰੂਰ ਐਂਡ ਪਟਿਆਲਾ। ਤਾਂ ਇਹ ਸਾਡਾ ਏਰੀਆ ਪੈਂਦਾ ਹੈਗਾ ਲਹਿਰਾ ਅਤੇ ਮੂਨਕ ਸਬ ਡਿਵੀਜ਼ਨ ਵਿੱਚ। ਵੀ ਸਟਾਰਟਡ ਕਿ ਅਸੀਂ ਕੋਈ ਇਹੋ ਜਿਹੀ ਚੀਜ਼ ਕਰੀਏ ਜਿਹਦੇ ਨਾਲ ਅਸੀਂ ਜਾ ਕੇ ਡਾਟਾ ਕਲੈਕਟ ਕਰਦੇ ਹਾਂ, ਅਸੀਂ ਕੁਝ ਦੇ ਵੀ ਸਕੀਏ। ਸੋ ਵੀ ਸਟਾਰਟਡ ਐਨ NGO ਕਾਲ ਰੈਸਕਿਊ ਐਂਡ ਰਿਵਾਈਵਲ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿ ਹੈਲਪ ਵੀ ਹੋ ਸਕੇ ਉਹ ਲੋਕਾਂ ਦੀ। ਨਹੀਂ ਹੈਲਪ, ਕਿਉਂਕਿ ਇੱਕਦਮ ਤਾਂ ਯੂ ਆਲਸੋ ਫੀਲ ਕਿ ਦੇਖੋ ਜੇ ਕਿਸੇ ਦੇ ਇਨਲॉज ਵੀ ਹੈ ਨਹੀਂ, ਡੈਥ ਹੋ ਸੀਨੀਅਰ ਕੋਈ ਫਾਦਰ ਇਨ ਲॉ ਮਦਰ ਇਨ ਲॉ ਹੈ ਨਹੀਂ, ਇਕੱਲੀ ਲੇਡੀ ਹੈਗੀ, ਜਿਵੇਂ ਕੋਈ 30 ਸਾਲ ਦੀ ਲੇਡੀ ਹੈ, ਵਿਡੋ ਹੋ ਗਈ, ਨਾਲ ਉਹਦੇ 3 ਬੱਚੇ ਨੇ। ਆਈ ਮੀਨ ਸ਼ੀ ਇਜ਼ ਵਨਰੇਬਲ, ਸ਼ੀ ਇਜ਼ ਇਨ ਅ ਵੈਰੀ ਵਨਰੇਬਲ ਸਟੇਟ। ਤਾਂ ਸਾਨੂੰ ਸੀਗਾ ਕਿ ਹੁਣ ਹਾਊ ਕੈਨ ਵੀ ਪ੍ਰੋਟੈਕਟ ਹਰ, ਕਿ ਇਹਨੂੰ ਬੇਸਿਕ ਸਸਟੇਨੈਂਸ ਦਿੱਤੀ ਜਾਏ ਤਾਂ ਕਿ ਇਹ ਆਪਣਾ ਘਰ ਚਲਾ ਸਕੇ। ਬਾਕੀ ਚਲੋ ਉੱਥੇ ਪਿੰਡਾਂ ਦਾ ਮਾਹੌਲ ਇਹੋ ਜਿਹਾ ਹੁੰਦਾ ਕਿ ਉਹ ਇਮੋਸ਼ਨਲ ਸਪੋਰਟ ਮਿਲ ਜਾਂਦੀ ਹੈ, ਕੋਈ ਜਿਵੇਂ ਕਹਿੰਦੇ ਭੁੱਖਾ ਨਹੀਂ ਮਰਦਾ, ਪਰ ਬੇਸਿਕਲੀ ਬੱਚਿਆਂ ਨੂੰ ਪੜ੍ਹਾਉਣ ਵਾਸਤੇ। ਸੋ ਵੀ ਵਾਂਟਡ ਟੂ ਹੈਲਪ, ਤਾਂ ਅਸੀਂ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਰੈਸਕਿਊ ਐਂਡ ਰਿਵਾਈਵਲ। ਸੋ ਇਨ ਰੈਸਕਿਊ ਐਂਡ ਰਿਵਾਈਵਲ ਵੀ ਹਿੱਟ ਐਂਡ ਟਰਾਈ ਮੈਥਡ ਨਾਲ ਕਿ ਅਸੀਂ 1000 ਰੁਪਇਆ ਪਰ ਫੈਮਿਲੀ ਨੂੰ ਦਿੱਤਾ ਜਾਏ ਜਿਹਦੇ 2 ਬੱਚੇ ਮਿਨੀਮਮ ਹੋਣ। ਜੇ 3 ਹੁੰਦੇ ਨੇ ਫਿਰ ਅਸੀਂ 1500 ਦਿੰਦੇ ਸੀ, ਤਾਂ ਕਿ ਉਹਦੇ ਨਾਲ ਬੱਚੇ ਸਕੂਲ ਜਾਂਦੇ ਰਹਿਣ। ਇਹ ਕੰਡੀਸ਼ਨ ਅਸੀਂ ਨਾਲ ਜ਼ਰੂਰ ਪਾਤੀ। ਬਿਲਕੁਲ, ਕਿਉਂਕਿ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ ਲਾਈਫ ਦੇ ਵਿੱਚ। ਐਜੂਕੇਸ਼ਨ ਜ਼ਰੂਰੀ ਹੈ, ਪਰ ਪਿੰਡਾਂ ਵਿੱਚ ਉਹ ਸੋਚਦੇ ਕੁੜੀ ਨੂੰ ਘਰ ਬਿਠਾ ਲਓ, ਕੋਈ ਨਾ, ਜੇ ਆਪਣੇ ਕੋਲ ਘੱਟ ਪੈਸੇ ਤਾਂ ਮੁੰਡੇ ਨੂੰ ਪੜ੍ਹਾ ਲਓ, ਕੁੜੀਆਂ ਨੂੰ ਇੰਨਾ ਜ਼ਰੂਰੀ ਨਹੀਂ ਹੈਗਾ। ਕਿਉਂਕਿ ਬਿਲਕੁਲ ਹਰਮਨ ਜੀ, ਕਿਉਂਕਿ ਕਿਤੇ ਨਾ ਕਿਤੇ ਜਿਹੜੀ ਉਹ ਸੋਚ ਹੈ ਨਾ ਅਜੇ ਵੀ ਉੱਦਾਂ ਦੀ ਉੱਦਾਂ ਹੀ ਆ। ਬੇਸ਼ੱਕ ਬਹੁਤ ਲੋਕ ਇਹ ਕਹਿ ਦਿੰਦੇ ਨੇ ਸਾਡੀ ਸੋਚ ਬਹੁਤ ਚੇਂਜ ਹੋ ਗਈ ਆ, ਹਾਲੇ ਸੋਚ ਉਹੀ ਹੈ। ਸੋਚ ਹੁਣ ਥੋੜੀ ਜਿਹੀ ਜਿਹੜੇ ਆ ਕੁੜੀਆਂ ਪੜ੍ਹ ਗਈਆਂ ਨੇ ਉਹਨਾਂ ਦੇ ਘਰਦਿਆਂ ਦੀ ਸੋਚ ਆ ਹੈ ਕਿ ਇਹਨਾਂ ਨੂੰ ਰਿਸ਼ਤਾ ਅੱਛਾ ਮਿਲ ਜਾਏਗਾ ਕਿ ਜਾਂ ਡਾਊਰੀ ਘੱਟ ਦੇਣੀ ਪੈ ਜਾਏਗੀ। ਬਟ ਵੀ ਰੀਅਲੀ ਫੀਲ ਕਿ ਐਟਲੀਸਟ ਇਹ ਗਰਲਸ ਜੇ BA ਤੱਕ ਪੜ੍ਹ ਲੈਣ ਤੇ ਹੋਰ ਕੁਛ ਨਹੀਂ ਤਾਂ ਇਟਸ ਅ ਰਿਪਲ ਇਫੈਕਟ। ਉਹ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੀਆਂ ਨੇ, ਉਹ ਘਰ ਬੈਠ ਕੇ ਆਪਣੇ ਪਿੰਡਾਂ ਦੇ ਬਾਕੀ ਬੱਚਿਆਂ ਨੂੰ ਟਿਊਸ਼ਨ ਦੇ ਸਕਦੀਆਂ ਨੇ। ਜਿਵੇਂ ਆਪਾਂ ਸਟਿਚਿੰਗ ਸੋਚਦੇ ਹਾਂ ਵੋਕੇਸ਼ਨਲ ਉਹਦੇ ਵਿੱਚ। ਸੋ ਐਜੂਕੇਸ਼ਨ ਤੋਂ ਉੱਪਰ ਤੱਕ ਦੇयर ਇਜ਼ ਨੋ ਅਦਰ ਵੇ ਟੂ ਅਪਲਿਫਟ ਐਨੀਬਡੀ। ਬਿਲਕੁਲ। ਸੋ ਕਾਲਜ ਜੋ ਓਪਨ ਕੀਤਾ, ਸਟਾਰਟਿੰਗ ਕਿਵੇਂ ਕੀਤੀ, ਕਿੰਨੇ ਕੁ ਬੱਚੇ ਸਟਾਰਟਿੰਗ ਤੇ ਆਏ, ਕਿਵੇਂ ਜੁੜੇ ਨਾਲ? ਫਿਰ ਅਸੀਂ 2003 ਵਿੱਚ ਮੇਰੀ ਸਿਸਟਰ ਨੇ ਹੀ ਕਾਲਜ ਸਟਾਰਟ ਕੀਤਾ। ਪਹਿਲਾਂ ਸਕੂਲ ਸੀ ਸਿਰਫ ਕਿ ਜਾਂ ਪ੍ਰੋਪਰ ਕਾਲਜ? ਨਹੀਂ, ਅਸੀਂ ਸਕੂਲ ਨਹੀਂ ਸਟਾਰਟ ਕੀਤਾ। ਇਹ ਬੱਚੇ ਆਪਣੇ ਪਿੰਡਾਂ ਦੇ ਸਕੂਲ 'ਚ ਜਾਂਦੇ ਸੀਗੇ। ਬਟ ਅਸੀਂ ਉਹੀ ਉਹਨਾਂ ਦਾ ਫੀਸ ਸਟਰਕਚਰ ਲੈ ਕੇ ਕਿ ਇਹਨਾਂ ਨੂੰ ਕਿੰਨਾ ਦਿੱਤਾ ਜਾਏ ਉਹ ਕੀਤਾ। ਕਾਲਜ ਅਸੀਂ ਸਟਾਰਟ ਕੀਤਾ 2003 ਵਿੱਚ ਐਂਡ ਵੀ ਗੋਟ ਅਫੀਲੀਏਸ਼ਨ ਫਰੋਮ ਪੰਜਾਬੀ ਯੂਨੀਵਰਸਿਟੀ। ਇਨਫੈਕਟ ਜਦ ਮੇਰੇ ਫਾਦਰ ਉੱਥੇ ਦੇ ਵਾਈਸ ਚਾਂਸਲਰ ਜੀ ਨੂੰ ਮਿਲਣ ਗਏ ਟੂ ਆਸਕ them that we are interested and we have land ਤੇ ਇੱਦਾਂ ਅਸੀਂ ਚਲਾਉਣਾ ਚਾਹੁੰਦੇ ਹਾਂ। ਈਵਨ ਦੇ ਸੈਡ ਵਾਈ ਡੂ ਯੂ ਵਾਂਟ ਟੂ ਸਟਾਰਟ ਡਿਗਰੀ ਕਾਲਜ? ਡਿਗਰੀ ਕਾਲਜ ਵਿੱਚ ਤਾਂ ਕੋਈ ਫਾਇਦਾ ਨਹੀਂ ਹੁੰਦਾ, ਨੋਰਮਲ BA ਵਿੱਚ ਕੋਈ ਫਾਇਦਾ ਨਹੀਂ। ਦ ਹੋਲ ਵਰਲਡ ਇਜ਼ ਓਪਨਿੰਗ BA ਨਰਸਿੰਗ, ਇੰਜੀਨੀਅਰਿੰਗ ਐਂਡ ਆਲ ਦੈਟ। ਆਈ ਸੈਡ ਨੋ, ਇਟਸ ਅ ਟੋਟੇਬਲ, ਪਾਪਾ ਕਹਿੰਦੇ ਚੈਰੀਟੇਬਲ ਕਾਲਜ। ਸਾਡੇ ਏਰੀਆ ਵਿੱਚ 40 ਕਿਲੋਮੀਟਰ ਦੇ ਰੇਡੀਅਸ ਵਿੱਚ ਕੋਈ ਕਾਲਜ ਨਹੀਂ ਸੀਗਾ ਉਸ ਟਾਈਮ ਵਿੱਚ। ਦੇयर ਵਾਜ਼ ਨੋ ਕਾਲਜ। ਤੋਂ ਬੇਸਿਕਲੀ ਤੁਸੀਂ ਸੋਚੋ ਕਿ ਜਿਹੜੇ ਪਿੰਡਾਂ 'ਚ ਹਾਈ ਸਕੂਲ ਹੈ ਸ਼ਾਇਦ ਉਹ ਪਿੰਡ ਦੀ ਕੁੜੀਆਂ ਨੇ 12th ਕੀਤੀ ਹੋਣੀ ਹੈ, ਨਹੀਂ ਤਾਂ 10th ਦੇ ਬਾਅਦ ਜਾਂ 12th ਦੇ ਬਾਅਦ ਦੇयर ਵਾਜ਼ ਨੋ ਐਜੂਕੇਸ਼ਨ। ਕਿਉਂਕਿ ਘਰ ਤੋਂ ਭੇਜਣਾ ਵੀ ਮੁਸ਼ਕਿਲ ਸੀਗਾ, ਲੋਕਲ ਬੱਸਾਂ ਵਿੱਚ ਕੌਣ ਭੇਜਦਾ ਹੈ। ਤਾਂ ਅਸੀਂ ਆਪਣੇ ਘਰ ਤੋਂ ਹੀ ਕਾਲਜ ਸ਼ੁਰੂ ਕੀਤਾ। 2 ਸਾਲ 1 ਸਾਲ ਕਾਲਜ ਘਰ ਤੋਂ ਚੱਲਿਆ ਤੇ ਉਹਦੇ ਬਾਅਦ ਲੈਂਡ ਲਿੱਤੀ ਹੋਈ ਸੀ, ਸਲੋਲੀ ਬਿਲਡਿੰਗ ਬਣਾਈ
ਤੇ ਗੁਰਨੇ ਕਲਾਂ ਵਿੱਚ ਕਾਲਜ ਚੱਲ ਰਿਹਾ ਹੁਣ ਤੇ ਫਿਰ ਇਸ ਹੌਲੀ ਵਕਤ। ਹੌਲੀ ਬੱਚੇ ਆਣੇ ਸਟਾਰਟ ਹੋਏ ਉਹ ਚੀਜ਼। So we started with 27 children ਓਕੇ and we went up to 1300 children also. Okay. ਉਹਦੇ ਵਿੱਚ ਇਹ ਸੀਗਾ ਕਿ ਕੁੜੀਆਂ ਦੀ ਐਜੂਕੇਸ਼ਨ ਬੱਸ ਫੀਸ ਬਿਲਕੁਲ ਫ੍ਰੀ ਸੀ ਤੇ ਜਿਹੜੇ ਬੱਚੇ ਆਪਣੇ ਫਾਰਮਰ ਸੁਸਾਈਡ ਫੈਮਿਲੀਜ਼ ਤੋਂ ਆਉਂਦੇ ਸੀਗੇ ਉਹਨਾਂ ਦੀ ਦੇ ਵਰ ਔਨ ਸਕਾਲਰਸ਼ਿਪ, ਕੰਪਲੀਟ ਸਕਾਲਰਸ਼ਿਪ, ਨੋ ਐਗਜ਼ਾਮੀਨੇਸ਼ਨ ਫੀਸ, ਨਥਿੰਗ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸੁਸਾਈਡਸ, ਕੀ ਰੀਜ਼ਨ ਤੁਹਾਨੂੰ ਮੇਨ ਲੱਗਦਾ ਕਿ ਉੱਥੇ ਇੰਨੇ ਜ਼ਿਆਦਾ ਸੁਸਾਈਡ ਹੋ ਰਹੇ ਨੇ, ਇੰਨੇ ਜ਼ਿਆਦਾ ਜਿਹੜੇ ਲੋਕਾਂ ਦੇ ਵੱਲੋਂ ਆ ਸੁਸਾਈਡ ਕੀਤਾ ਜਾਂਦਾ ਹੈ, ਕੀ ਮੇਨ ਰੀਜ਼ਨ ਉੱਥੇ? ਆਈ ਫੀਲ ਸੁਸਾਈਡ ਤਾਂ ਸਾਰੇ ਪੰਜਾਬ 'ਚ ਹੋ ਰਹੇ ਨੇ, ਬਟ ਡਾਕੂਮੈਂਟੇਸ਼ਨ ਜਿੱਥੇ ਹੋ ਰਹੀ ਹੈ ਉੱਥੇ ਆਪਾਂ ਨੂੰ ਨਜ਼ਰ ਆਉਂਦਾ ਹੈ, ਜਿੱਥੇ ਡਾਕੂਮੈਂਟੇਸ਼ਨ ਕੋਈ ਨਹੀਂ ਕਰ ਰਿਹਾ ਬਿਲਕੁਲ ਇਹ ਵੀ ਚੀਜ਼ ਇਹ ਵੀ ਹੈਗਾ। ਸੋ ਆਈ ਕੈਨ ਓਨਲੀ ਟਾਕ ਅਬਾਊਟ ਲਹਿਰਾ ਐਂਡ ਮੋਨਕ ਸਬ ਡਿਵੀਜ਼ਨ ਔਰ ਯੂ ਕੈਨ ਸੇ ਸੰਗਰੂਰ। ਇਹਦੇ ਵਿੱਚ ਆਈ ਫੀਲ ਯੂ ਨੋ ਇਟਸ ਅ ਵੈਰੀ ਬੈਕਵਰਡ ਏਰੀਆ। ਇਹਦੇ ਵਿੱਚ the only source of income is your own agriculture, earning from your farm. ਇਹਦੇ 'ਚ ਐ ਨਹੀਂ ਹੈਗਾ ਲਾਈਕ ਯੂ ਹੈਵ ਇਨ ਲੁਧਿਆਣਾ ਐਂਡ ਅਦਰ ਪਲੇਸਿਸ ਔਰ ਕਾਟੇਜ ਇੰਡਸਟਰੀ ਨਹੀਂ ਹੈ, ਕੋਈ ਹੋਰ ਇੰਡਸਟਰੀ ਨਹੀਂ ਹੈ ਕਿ ਜਿੱਥੇ ਤੁਸੀਂ ਆਲਟਰਨੇਟ ਸੋਰਸ ਆਫ ਇਨਕਮ ਵੀ ਕਰ ਸਕੋ। ਕਾਟੇਜ ਇੰਡਸਟਰੀ ਹੋਏ ਤਾਂ ਲੇਡੀਜ਼ ਕੈਨ ਆਲਸੋ ਅਰਨ ਮਨੀ, ਉਹ ਇੱਥੇ ਬਿਲਕੁਲ ਵੀ ਨਹੀਂ ਸੀਗਾ। ਸੋ ਐਂਡ ਤੁਸੀਂ ਐਜ਼ ਅ ਫਾਰਮਰ ਆਲਸੋ ਯੂ ਆਰ ਬਿਜ਼ੀ ਫॉर ਫਿਊ ਮੰਥਸ ਅ ਈਅਰ, ਬਾਕੀ ਟਾਈਮ ਤਾਂ ਯੂ ਆਰ ਫ੍ਰੀ ਆਲਸੋ। ਜੇ ਕੋਈ ਹੁੰਦਾ ਕੰਮ ਤਾਂ ਉਹਨਾਂ ਦੀ ਆਲਟਰਨੇਟਿਵ ਇਨਕਮ ਦਾ ਕੋਈ ਸੋਰਸ ਨਹੀਂ ਹੈਗਾ। ਅੱਛਾ ਤੁਹਾਡੀ ਇਨਕਮ ਜੁਆਇੰਟ ਫੈਮਿਲੀ ਸਿਸਟਮਸ ਟੁੱਟ ਗਈਆਂ ਨੇ, ਸੀਲਿੰਗਸ ਆ ਗਈਆਂ। ਨਾਓ ਇਟਸ ਨਾਟ ਦੈਟ ਪ੍ਰੋਸਪਰਸ ਪੰਜਾਬ ਵਿਦ ਬਿਗ ਲੈਂਡ ਹੋਲਡਿੰਗਸ ਵਾਲੇ, and I have seen mostly 90% or 99% of these suicides are happening in the cases of marginal landholders. Marginal landholders ਜਿਨ੍ਹਾਂ ਕੋਲ 1 ਏਕੜ ਹੈ, 2 ਏਕੜ ਹੈ, ਵੱਧ ਤੋਂ ਵੱਧ 5 ਏਕੜ ਹੈਗੇ, 2 ਭਾਈ ਨੇ, 3 ਭਾਈ ਨੇ, ਉਹਨਾਂ ਦੇ ਅੱਗੇ ਫੈਮਲੀਜ਼ ਨੇ ਤੇ ਉਹ ਵੀ ਹੁਣ ਜੁਆਇੰਟ ਫੈਮਿਲੀ ਸਿਸਟਮ ਵੀ ਬ੍ਰੇਕ ਹੋ ਗਿਆ ਹੈਗਾ। ਉਹ ਕਰਕੇ ਇੱਕ ਤਾਂ ਇਨਕਮ ਘਟ ਗਈ, ਉੱਪਰੋਂ ਦੀ ਦੇਰ ਇਜ਼ ਨੋ ਮੈਡੀਕਲ ਇੰਸ਼ੋਰੈਂਸ, ਦੇਰ ਇਜ਼ ਨੋ ਫਾਰਮ ਇੰਸ਼ੋਰੈਂਸ। ਸਪੋਜ਼ਿੰਗ ਫਲੱਡਸ ਆ ਜਾਣ, ਕੁਝ ਹੋ ਜਾਏ, ਯੂ ਲੂਜ਼ ਯੋਰ ਕ੍ਰੌਪ, ਤੁਹਾਡੀ ਤਾਂ ਸਾਰੇ ਸਾਲ ਦੀ ਕਮਾਈ ਗਈ। ਬਿਲਕੁਲ। ਸੋ ਜੇ ਕੋਈ ਬਿਮਾਰ ਹੋ ਜਾਏ, ਹੌਸਪਿਟਲਾਈਜੇਸ਼ਨ ਉਹਦੇ ਤੁਹਾਡੀ ਸਾਰੀ ਸੇਵਿੰਗਸ ਖਤਮ। ਸੋ ਉਹ ਇਹ ਰੀਜ਼ਨ ਕਰਕੇ ਦੇ ਨੋਰਮਲੀ ਟੇਕ ਆਪਣਾ ਲੋਨ। ਸੋ ਅਸੀਂ ਕਾਲਜ ਦੀ ਗੱਲ ਕਰ ਲਈ ਸੀ। ਬਹੁਤ ਵਾਰ ਇਹ ਵੀ ਚੀਜ਼ ਹੁੰਦੀ ਪਿੰਡਾਂ ਦੇ ਵਿੱਚ, ਕੀ ਚੀਜ਼ ਕਹੀ ਜਾਂਦੀ ਹੈ ਲਾਈਕ ਕਿ ਬੇਟਾ ਆ ਜਾਏਗਾ, ਬੇਟੀ ਸਾਡੀ ਨਹੀਂ ਆਏਗੀ, ਉਹਨੂੰ ਘਰ 'ਚ ਕੰਮ ਨਹੀਂ। ਚਾਹੇ ਇਹ ਵੀ ਚੀਜ਼ ਹੁੰਦੀ ਕਿ ਇਹਨੇ ਪੜ੍ਹ ਕੇ ਕੀ ਕਰਨਾ, ਅਗਲੇ ਘਰ ਜਾ ਕੇ ਤਾਂ ਫਿਰ ਇਹਨੇ ਘਰ ਹੀ ਸੰਭਾਲਣਾ ਹੈ। ਸੋ ਤੁਹਾਡੀ ਉੱਥੇ ਗਰਲਸ ਨੂੰ ਜਿਹੜੀ ਜ਼ਿਆਦਾ ਇੰਪੋਰਟੈਂਸ ਦਿੱਤੀ ਜਾ ਰਹੀ ਹੈ ਕਿ ਨਹੀਂ ਗਰਲਸ ਆਉਣ, ਸਟੱਡੀ ਕਰਨ, ਕਿਵੇਂ ਮਤਲਬ ਕਿ ਇੱਦਾਂ ਦੇ ਤੁਹਾਨੂੰ ਬਹੁਤ ਸਾਰੇ ਪੇਰੈਂਟਸ ਮਿਲਦੇ ਹੋਣਗੇ ਜੋ ਕਿਤੇ ਨਾ ਕਿਤੇ ਅਜੇ ਵੀ ਉਸ ਸੋਚ ਦੇ ਵਿੱਚ ਨੇ, ਕਿਵੇਂ ਤੁਸੀਂ ਉਹਨਾਂ ਨੂੰ ਸਮਝਾਉਂਦੇ ਹੋ ਜਾਂ ਮੋਟੀਵੇਟ ਕਰਦੇ ਹੋ ਉਸ ਚੀਜ਼ ਨੂੰ ਲੈ ਕੇ ਕਿ ਨਹੀਂ ਗਰਲਸ ਨੂੰ ਪੜ੍ਹਨਾ ਚਾਹੀਦਾ ਹੈ, ਤੁਸੀਂ ਸਕੂਲ ਜਾਂ ਕਾਲਜ 'ਚ ਭੇਜੋ ਉਹਨਾਂ ਨੂੰ? ਉਹ ਸ਼ੁਰੂ ਐਂ ਹੋਇਆ ਜਦ ਬੱਚਿਆਂ ਨੂੰ ਅਸੀਂ ਇਹ ਕੰਡੀਸ਼ਨ ਦਿੱਤੀ, ਫਾਰਮਰਸ ਜਿਹੜੇ ਸੁਸਾਈਡ ਫੈਮਲੀਜ਼ ਨੂੰ, ਕਿ ਦ ਸਪੋਰਟ ਤੁਹਾਨੂੰ ਤਾਂ ਹੀ ਉਦੋਂ ਤੱਕ ਹੀ ਦੇਵਾਂਗੇ ਜਦ ਤੱਕ ਤੁਸੀਂ ਬੱਚਿਆਂ ਨੂੰ ਪੜ੍ਹਾਓਗੇ। ਤਾਂ ਐਸੇ ਨਾਲੇ ਸਾਰੇ ਬੱਚਿਆਂ ਨੂੰ, ਕੁੜੀਆਂ ਨੂੰ ਅਤੇ ਮੁੰਡਿਆਂ ਨੂੰ, ਐ ਨਹੀਂ ਕਿ ਤੁਸੀਂ ਕੁੜੀ ਨੂੰ ਨਾ ਪੜ੍ਹਾਓ ਅਤੇ ਸਿਰਫ ਬੇਟੇ ਨੂੰ ਪੜ੍ਹਾਓ। ਉਹਦੇ ਵਿੱਚ ਸਾਡੇ ਫੀਲਡ ਵਰਕਰਸ ਜਿਹੜੇ ਸੀਗੇ ਉਹ ਆਲਮੋਸਟ 3 ਮੰਥਸ ਦੇ ਬਾਅਦ ਜਾਂ 6 ਮੰਥਸ ਦੇ ਬਾਅਦ ਜਾ ਕੇ ਚੈੱਕ ਕਰਦੇ ਹੁੰਦੇ ਸੀਗੇ ਕਿ ਵਾਕਈ ਪੜ੍ਹ ਰਹੇ ਹੈ ਕਿ ਨਹੀਂ ਪੜ੍ਹ ਰਹੇ, ਹੁਣ ਕਿਹੜੀ ਕਲਾਸ ਵਿੱਚ ਹੋ ਗਏ ਬੱਚੇ। ਸੋ ਇਟ ਵਾਜ਼ ਲਾਈਕ ਅ ਚੈੱਕ ਔਨ ਦੈਮ ਕਿ ਤੁਹਾਡੀ ਸਪੋਰਟ ਜਿਹੜੀ ਉਹ ਹੁਣ ਉਹਨੂੰ ਕਹਿੰਦੇ ਹੀ ਜੇਜੀ ਸਾਹਿਬ ਦੀ ਪੈਨਸ਼ਨ ਹੈ ਪਾਪਾ ਦੇ ਨਾਂ ਤੋਂ, ਕਿ ਉਹ ਪੈਨਸ਼ਨ ਬੰਦ ਹੋ ਜਾਣੀ ਹੈ ਜੇ ਤੁਸੀਂ ਨਹੀਂ ਭੇਜੇ। ਸੋ ਆਈ ਫੀਲ ਜਦ ਕੁੜੀਆਂ ਵੀ ਪੜ੍ਹ ਜਾਂਦੀਆਂ ਨੇ 10th 12th ਤੱਕ ਤਾਂ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਕਾਲਜ ਵਿੱਚ ਫ੍ਰੀ ਐਜੂਕੇਸ਼ਨ ਮਿਲ ਰਹੀ ਹੈਗੀ ਹੈ। ਉੱਥੇ ਅਸੀਂ ਆਇਲਸ ਦਾ ਕੋਰਸ ਵੀ ਉਹਨਾਂ ਵਾਸਤੇ ਬਿਲਕੁਲ ਫ੍ਰੀ ਰੱਖੇ ਫॉर ਐਵਰੀਬਡੀ ਇਨ ਦ ਕਾਲਜ, ਨਾਟ ਓਨਲੀ ਦੀਸ ਚਿਲਡਰਨ ਬਟ ਫॉर ਐਵਰੀਬਡੀ। ਸੋ ਉਹ ਉਹਨਾਂ ਨੂੰ ਲੱਗਦਾ ਹੁਣ ਜੇ ਅਸੀਂ 12ਵੀਂ ਕਰ ਲਈ ਉਹ ਕਰ ਸਕਦੇ ਹਾਂ। ਉਹਨਾਂ ਦੀ ਸਾਰੀ ਕੁੜੀਆਂ ਦੀ ਬੱਸ ਟਰਾਂਸਪੋਰਟ ਇਜ਼ ਆਲਸੋ ਫ੍ਰੀ। ਜੀ, ਜਿਸ ਤਰ੍ਹਾਂ ਕਿ ਅਸੀਂ ਇੰਟਰਵਿਊ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀ, ਤੁਸੀਂ ਮੈਨੂੰ ਦੱਸਿਆ ਕਿ ਜਿਹੜੇ ਕਿ ਬੱਚੇ ਉੱਥੇ ਨਹੀਂ ਸਟੱਡੀ ਕਰਨਾ ਚਾਹੁੰਦੇ, ਜੇ ਕੋਈ ਕਿਸੇ ਹੋਰ ਵੀ ਕਾਲਜ ਦੇ ਵਿੱਚ ਜਾ ਕੇ ਸਟੱਡੀ ਕਰਨਾ ਚਾਹੁੰਦੇ, ਤੁਸੀਂ ਤਾਂ ਵੀ ਉਹਨਾਂ ਦੀ ਹੈਲਪ ਕਰਦੇ ਹੋ? ਦ ਸਪੋਰਟ ਕੈਰੀਜ਼ ਔਨ ਜਦ ਤੱਕ ਉਹ ਪੜ੍ਹਦੇ ਨੇ, ਚਾਹੇ ਉਹ ਜਿੱਥੇ ਮਰਜ਼ੀ ਪੜ੍ਹਨ, ਜਿੱਥੇ ਮਰਜ਼ੀ ਪੜ੍ਹਨ, ਨਾਟ ਨੈਸੈਸਰੀ ਕਿ ਸਾਡੇ ਕਾਲਜ ਆ ਕੇ ਪੜ੍ਹਨਾ ਹੈ। ਉਹ ਸਾਡੇ ਕਾਲਜ ਦੇ ਆਸ-ਪਾਸ ਤਾਂ ਉਹੀ ਆਉਂਦੇ ਜਿਹੜੇ ਸਾਡੇ ਰੇਡੀਅਸ ਦੇ ਆਸ-ਪਾਸ ਨੇ। ਹੁਣ ਸਾਡੀ ਆਰਗੇਨਾਈਜੇਸ਼ਨ ਵੀ ਆ ਵਰਕਿੰਗ ਆਊਟ ਆਫ 143 ਵਿਲੇਜਸ। ਸੋ 143 ਵਿਲੇਜਸ ਦਾ ਰੇਡੀਅਸ ਹੀ ਤੁਸੀਂ ਲਗਾ ਲਓ 45 to 50 ਕਿਲੋਮੀਟਰਸ ਦਾ ਹੈਗਾ। ਉਹ ਇੰਨੀ ਦੂਰ ਤੱਕ ਕਾਲਜ ਦੀ ਬੱਸਿਸ ਵੀ ਨਹੀਂ ਜਾਂਦੀਆਂ।
ਬਿਲਕੁਲ। ਸੋ ਜੇਕਰ ਹਰਮਨ ਜੀ ਤੁਹਾਡੀ ਲਾਈਫ ਦੀ ਗੱਲ ਕਰੀਏ ਤਾਂ ਤੁਹਾਨੂੰ ਇੱਕ ਚੀਜ਼ ਬਹੁਤ ਮੈਟਰ ਕਰਦੀ, ਹਰ ਇੱਕ ਇਨਸਾਨ ਦੇ ਲਈ ਜੋ ਲਾਈਫ 'ਚ ਬਾਹਰ ਨਿਕਲਦਾ ਹੈ, ਦੂਸਰਿਆਂ ਲਈ ਕਿਤੇ ਨਾ ਕਿਤੇ ਮਿਸਾਲ ਬਣਦਾ ਹੈ ਕਿ ਘਰ ਦਾ ਮਾਹੌਲ ਬਹੁਤ ਮੈਟਰ ਕਰਦਾ। ਤੁਹਾਨੂੰ ਘਰ ਦਾ ਮਾਹੌਲ ਕਿਵੇਂ ਦਾ ਮਿਲ ਰਿਹਾ ਹੈ, ਕਿਵੇਂ ਤੁਹਾਨੂੰ ਕੋਈ ਗਾਈਡ ਕਰ ਰਿਹਾ। ਤੁਸੀਂ ਆਪਣੇ ਬਾਰੇ ਦੱਸੋ, ਕਿਵੇਂ ਕਿਵੇਂ ਮਤਲਬ ਕਿ ਤੁਹਾਡਾ ਸਫ਼ਰ ਰਿਹਾ ਪਿੱਛੇ ਲਾਈਫ 'ਚ? देयर वाज नो गाइडेंस। आई थिंक जो ਤੁਸੀਂ ਦੇਖਦੇ ਹੋ ਨਾ, ਤੁਸੀਂ ਉਹੀ ਇੰਬਾਈਬ ਕਰਦੇ ਹੋ ਆਪਣੀ ਲਾਈਫ ਵਿੱਚ। ਆਈ ਹੈਵ ਸੀਨ ਮਾਈ ਫਾਦਰ endlessly struggling for his first organization called Movement Against State Repression. This was after 85. So as a little girl, I have seen him documenting cases. ਤੇ ਉਹ ਕੇਸਿਸ ਦੇ ਪਿੱਛੇ ਉਦੋਂ ਵੀ ਸਰਕਾਰ ਬਿਲਕੁਲ ਨਹੀਂ ਮੰਨਦੀ ਸੀ, ਫੇਕ ਐਨਕਾਊਂਟਰਸ ਹੋ ਰਹੇ ਨੇ, ਕੋਈ ਕੇਸ ਹੋ ਰਿਹਾ, ਪਰ ਉਹਨਾਂ ਨੇ ਮਤਲਬ ਬਿਲਕੁਲ ਨਹੀਂ ਛੱਡਿਆ। ਉਹ ਹੁਣ ਤੱਕ ਉਹ ਕੇਸਿਸ ਨੂੰ ਫੋਲੋ ਕਰਦੇ ਰਹੇ। ਫਿਰ ਉਹ ਬੁੱਕ ਪਬਲਿਸ਼ ਕੀਤੀ। then he said, I think now the focus has changed and he started working। ਉਹ ਪਿੰਡਾਂ ਵਿੱਚ ਤਾਂ ਕਰਦੇ ਹੀ ਰਹਿੰਦੇ ਸੀਗੇ, ਉੱਥੇ ਉਸ ਏਰੀਆ ਦੇ ਹੀ ਹਾਂ ਅਸੀਂ। then he started noticing from 88 onwards that ਹੁਣ ਤਾਂ suicides ਜ਼ਿਆਦੀਆਂ ਹੋ ਰਹੀਆਂ ਨੇ, ਸ਼ੁਰੂ ਹੋ ਗਈਆਂ ਨੇ। and why should there be farmer suicides where all over India you feel Punjab is most prosperous state। farmers are happy, healthy, vibrant, Punjabi culture, all that, ਕਿ ਇੱਥੇ ਮੰਨਣਾ ਹੀ ਬੜਾ ਮੁਸ਼ਕਿਲ ਹੈ। he started documenting cases from then। ਤਾਂ ਅਸੀਂ ਉਹ ਗੱਲਾਂ ਤਾਂ ਘਰ ਵਿੱਚ ਸੁਣਦੇ ਹੀ ਸੀਗੇ। and we used to also have the same questions ਜਿਵੇਂ ਹੁਣ ਤੁਸੀਂ ਪੁੱਛ ਰਹੇ ਹੋ, ਪਰ ਇਹ ਕਿਉਂ ਹੋ ਰਿਹਾ, ਕਿਉਂ। and I feel visualization is very important। ਅਸੀਂ ਜਾਂਦੇ ਸੀਗੇ ਉਹਨਾਂ ਨਾਲ, ਕਈ ਵਾਰੀ ਇਹ ਕੰਪਨੀ ਕਰਦੇ ਨਾਲ ਉਹਨਾਂ ਨੂੰ ਵਿਜ਼ਿਟ ਕਰਨਾ, ਫੈਮਿਲੀਜ਼ ਨੂੰ, ਉਹ ਦੇਖ ਕੇ ਤੁਹਾਨੂੰ ਜ਼ਿਆਦਾ ਮਤਲਬ ਇੰਸਪੀਰੇਸ਼ਨ ਵੀ ਮਿਲਦੀ ਹੈ। ਯੂ ਫੀਲ ਕਿ ਯੂ ਹੈਵ ਟੂ ਡੂ ਸਮਥਿੰਗ ਫॉर ਇਟ। ਹੁਣ ਆਈ ਗਿਵ ਯੂ ਐਨ ਐਗਜ਼ਾਮਪਲ ਕਿ I joined this, I actively started working in 2003 and with the college, but my sister passed away in 2006। ਉਹਦੇ ਬਾਅਦ I actively started with the NGO work with my father। but I can still tell you ਕਿ ਜਿੰਨੀ ਐਨਰਜੀ ਮੇਰੇ ਫਾਦਰ 'ਚ ਹੈ ਨਾ, ਮੇਰੀ ਉਹਨਾਂ ਤੋਂ ਅੱਧੀ ਹੋਣੀ ਹੈ। ਉਹ ਇੰਨਾ ਮਤਲਬ ਹੀ ਇਜ਼ ਇਮੋਸ਼ਨਲੀ ਐਵਰੀਥਿੰਗ, ਵੀ ਆਲ ਆਰ ਸੋ ਅਟੈਚ ਟੂ ਦ ਥਿੰਗ ਕਿ ਉੱਥੇ ਜਾ ਕੇ ਕੋਈ ਕਹੇ ਨਾ ਕਿ ਤੁਸੀਂ ਸਾਰਾ ਦਿਨ ਪਿੰਡਾਂ 'ਚ ਫਿਰ ਕੇ ਥੱਕਦੇ ਨਹੀਂ, ਮੈਂ ਨਹੀਂ, ਉੱਥੇ ਜਾ ਕੇ ਨਹੀਂ ਥੱਕਦੇ, ਇੱਥੇ ਵਿਹਲੇ ਬੈਠ ਕੇ ਥੱਕ ਜਾਈਦਾ। ਇੱਕ ਚੀਜ਼ ਉਹ ਵੀ ਹੁੰਦੀ ਨਾ ਹਰਮਨ ਜੀ, ਲਾਈਕ ਅਸੀਂ ਕਿਸੇ ਚੀਜ਼ ਨਾਲ ਅਟੈਚ ਹੁੰਦੇ ਆ ਤਾਂ ਸਾਨੂੰ ਉਹ ਕੰਮ ਕਰਨਾ ਵਧੀਆ ਲੱਗਦਾ ਹੈ, ਸਾਨੂੰ ਕਿਤੇ ਥਕਾਵਟ ਨਹੀਂ ਲੱਗਦੀ ਉਹ ਚੀਜ਼। ਵਧੀਆ ਲੱਗਦਾ, ਬਟ ਦ ਪੁਆਇੰਟ ਇਜ਼ ਇਟਸ not a happy subject। ਹਾਂ, ਮੇਨ ਚੀਜ਼ ਉਹ ਹੈ, ਬਟ it's not a happy subject। and ਮੈਂ ਉਦੋਂ ਵੀ ਦੇਖੇ ਜਦ ਮੇਰੇ ਸਿਸਟਰ PhD ਕਰ ਰਹੇ ਸੀਗੇ, ਉਹ ਕਿੰਨਾ ਥੀਸਿਸ ਦਾ ਕੰਮ ਹੁੰਦਾ ਹੈ, ਰਾਤ ਨੂੰ ਬੈਠ ਕੇ ਤੁਸੀਂ ਡਾਕੂਮੈਂਟ ਥੀਸਿਸ ਲਿਖ ਰਹੇ ਹੋ। and I remember she telling me ਕਿ you know it's very depressing। you know ਅਸੀਂ ਵੀ ਉਦੋਂ we were in college ਕਿ it's very depressing ਕਿ suicides ਹੋਈਆਂ, young person, then you see a young widow and you see helpless children। so it's not a very happy situation, but you feel ਕਿਸੇ ਨੇ ਤਾਂ ਕਰਨਾ ਹੀ ਹੈ। and I feel ਇਹ ਸਾਡੇ ਘਰ ਦੇ ਨਾਲ ਹੋ ਰਿਹਾ ਹੈ। you can't keep a blind eye। so then ਉਹੀ ਅਸੀਂ ਸੋਚਿਆ ਕਿ ਅਸੀਂ ਹੁਣ ਇਹਨੂੰ ਅੱਗੇ ਕਿਵੇਂ ਲੈ ਕੇ ਜਾਈਏ, ਇਹਨਾਂ ਨੂੰ ਕਿਵੇਂ ਸਪੋਰਟ ਕਰੀਏ। ਹੁਣ ਤੁਸੀਂ ਕੋਈ ਵੀ ਤੁਹਾਡੇ ਘਰ ਕੋਈ ਆ ਜਾਏ ਨੰਗੇ ਪੈਰ, ਤੁਸੀਂ ਉਹਨੂੰ ਕਹੋਗੇ ਚੱਪਲ ਦੇ ਦਿੰਦੇ ਹਾਂ। ਸੋ ਇਟਸ ਅ ਸਿੰਪਲ ਥਿੰਗ ਲਾਈਕ ਦੈਟ। ਫਿਰ ਵੀ ਸਟਾਰਟਡ ਕਿ ਇਹਨਾਂ ਨੂੰ ਐ ਫੈਮਲੀਜ਼ ਨੂੰ ਅਡੋਪਟ ਕਰਨਾ ਸ਼ੁਰੂ ਕੀਤਾ। ਬੜੀ ਸੈਟਿਸਫੈਕਸ਼ਨ ਹੁੰਦੀ ਸੀਗੀ ਕਿ ਉਹਨਾਂ ਦੇ ਬੈਂਕ ਅਕਾਊਂਟ। ਨਾਓ ਅਦਰ ਥਿੰਗ ਵੀ ਆਲਸੋ ਮੇਡ ਸ਼ੋਰ ਕਿ ਅਸੀਂ ਡਿਗਨਿਟੀ ਨਾਲ ਕਰਨਾ ਹੈ। ਯੂ ਨੋ ਅਸੀਂ ਇਹ ਨਹੀਂ ਕਹਿਣਾ ਕਿ ਡੋਨਰਸ ਨੇ, ਵੀ ਕਾਲ ਦੈਮ ਸਪੋਰਟਰਸ। ਬਿਲਕੁਲ। ਹਾਂ, ਉਹ ਜਿਵੇਂ ਕਹਿੰਦੇ ਨਾ ਵਰਡ ਦਾਨ, ਆਈ ਹੇਟ ਦ ਵਰਡ ਦਾਨ। ਦਾਨ ਕਰਨਾ ਇਜ਼ ਨੋਟ ਅ ਨਾਈਸ ਵਰਡ। ਤੁਸੀਂ ਜੇ ਆਪਣਿਆਂ ਜਿਵੇਂ ਹੈਲਪ ਕਰੋ ਨਾ, ਦੈਟਸ I find that's why I don't like the word ਦਾਨ। ਸੋ ਇਹ ਸਪੋਰਟਰਸ ਨੂੰ ਅਸੀਂ ਜਦ ਇਹਨਾਂ ਨੂੰ ਮਿਲਦੇ ਵੀ ਸੀਗੇ, ਸੋ ਵੀ ਯੂਜ਼ਡ ਟੂ ਸੇ ਕਿ ਕਿਹੋ ਜਿਹਾ ਤਰੀਕਾ ਅਪਣਾਈਏ ਤਾਂ ਕਿ ਡਿਗਨਿਟੀ ਮੇਨਟੇਨ ਰਹੇ। ਫਿਰ ਅਸੀਂ ਇਹਨਾਂ ਦੇ ਬੈਂਕ ਅਕਾਊਂਟਸ ਖੋਲ੍ਹੇ। ਉਦੋਂ ਦੇ ਆਰ ਪੀਪਲ ਜਿਨ੍ਹਾਂ ਦੇ ਦੇ ਵਰ ਨਾਟ ਬੈਂਕੇਬਲ। ਯੂ ਨੀਡ ਸਿਕਿਉਰਿਟੀ ਚਾਹੀਦੀ ਹੈ, ਮਿਨੀਮਮ ਤੁਹਾਨੂੰ ਆਪਣਾ ਬੈਲੈਂਸ ਚਾਹੀਦਾ ਤਾਂ ਬੈਂਕ ਅਕਾਊਂਟਸ ਖੁੱਲ੍ਹਦੇ ਸੀ। ਅੱਜ ਕੱਲ੍ਹ ਜਿਵੇਂ ਨਹੀਂ ਹੈਗਾ ਨਾ, ਐਨੀਵਨ ਕੈਨ ਓਪਨ ਅ ਬੈਂਕ ਅਕਾਊਂਟ। ਉਦੋਂ ਅਸੀਂ ਸਰਪੰਚ ਦੀ ਕਿਸੇ ਪੰਚਾਇਤ ਮੈਂਬਰ ਦੀ ਨਾਲ ਗਵਾਹੀ ਲੈ ਕੇ ਉਹਨਾਂ ਦੇ ਸਾਰਿਆਂ ਦੇ ਬੈਂਕ ਅਕਾਊਂਟਸ ਖੋਲ੍ਹੇ। ਫਿਰ ਇਹਨਾਂ ਦਾ ਮਨੀ ਬੈਂਕ ਵਿੱਚ ਜਾਂਦਾ ਸੀਗਾ। ਫਿਰ ਸੋ ਦੈਟ ਯੂ ਨੋ ਦੇ ਫੀਲ ਇਟਸ ਅ ਪੈਨਸ਼ਨ,
it's not charity ਜੀ like that. ਸੋ ਹਰਮਨ, ਜਿਵੇਂ ਕਿ ਅਸੀਂ ਗੱਲ ਕੀਤੀ ਹੈ ਨਾ ਗਰਲਸ ਦੀ, ਜਿਸ ਤਰ੍ਹਾਂ ਕਿ ਐਜੂਕੇਸ਼ਨ ਲਈ ਤੁਸੀਂ ਉਹਨਾਂ ਨੂੰ ਇੱਕ ਦੇ ਰਹੇ ਹੋ, ਓਪਰਚੁਨਿਟੀ ਦੇ ਰਹੇ ਹੋ ਕਿ ਹਾਂ ਪੜ੍ਹੋ, ਕਿਉਂਕਿ ਕਿਤੇ ਨਾ ਕਿਤੇ ਕੁਝ ਗਰਲਸ ਜਿਹੜੀਆਂ ਨੇ ਇਸੇ ਚੀਜ਼ ਕਰਕੇ ਹੀ ਰਹਿ ਜਾਂਦੀਆਂ ਨੇ ਕਿ ਘਰਾਂ ਵੱਲੋਂ ਇਹ ਚੀਜ਼ ਕਹੀ ਜਾਂਦੀ, ਘਰਦਿਆਂ ਵੱਲੋਂ ਕਿ ਅਸੀਂ ਤੇਰੇ ਪੈਸੇ ਇਕੱਠੇ ਕਰ ਰਹੇ ਹਾਂ, ਤੇਰੇ ਵਿਆਹ 'ਤੇ ਲਗਾਵਾਂਗੇ, ਤੇਰਾ ਵਿਆਹ ਵਧੀਆ ਕਰਾਂਗੇ, ਤੂੰ ਮਤਲਬ ਕਿ ਉਹ ਚੀਜ਼ ਦੇਖੀ ਤੂੰ ਪੜ੍ਹ ਕੇ ਕੀ ਕਰੇਂਗੀ, ਜਾਂ ਕਿਤੇ ਨਾ ਕਿਤੇ ਸੁਸਾਇਟੀ ਨੂੰ ਚੀਜ਼ ਦਿਖਾਉਣ ਵਾਸਤੇ ਕਿ ਦੇਖੋ ਅਸੀਂ ਕਿੰਨਾ ਵਧੀਆ ਵਿਆਹ ਕਰ ਰਹੇ ਹਾਂ ਆਪਣੀ ਡਾਟਰ ਦਾ, ਉਹ ਚੀਜ਼ ਕੀਤੀ ਜਾਂਦੀ ਆ। ਪਰ ਉੱਥੇ ਹੀ ਕਿਤੇ ਨਾ ਕਿਤੇ ਕੁਝ ਕੁੜੀਆਂ ਦੇ ਸੁਪਨਿਆਂ ਨੂੰ ਮਾਰ ਦਿੱਤਾ ਜਾਂਦਾ ਕਿ ਉਹ ਐਕਚੁਅਲ ਵਿੱਚ ਆਪਣੀ ਲਾਈਫ 'ਚ ਕੀ ਕਰਨਾ ਚਾਹੁੰਦੀ ਸੀ, ਉਹਨੂੰ ਦਬਾ ਦਿੱਤਾ ਜਾਂਦਾ, ਜਿਹਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਕੀ ਕਹੋਗੇ ਤੁਸੀਂ? ਇਹ ਤਾਂ ਜਦ ਕਾਲਜ ਖੋਲ੍ਹਿਆ ਨਾ, ਉਹਦੇ ਬਾਅਦ ਫੋਰਚੂਨੇਟਲੀ ਕਹੋ 4-5 ਹੋਰ ਕਾਲਜ ਖੁੱਲ੍ਹ ਗਏ, ਉਹਨਾਂ ਦੀਆਂ ਬੱਸ ਸਰਵਿਸਿਜ਼ ਸ਼ੁਰੂ ਹੋ ਗਈਆਂ। ਸੋ ਦੇ ਡਿਡ ਸਟਾਰਟ ਕਮਿੰਗ ਆਊਟ, ਇੱਕ ਨੂੰ ਦੇਖ ਕੇ ਦੂਜੇ ਨੂੰ ਦੇਖ ਕੇ ਇੱਦਾਂ ਹੁਣ ਗਰਲਸ ਆ ਕਮਿੰਗ ਆਊਟ ਐਂਡ ਸਟੱਡਿੰਗ। ਇਹ ਜੀ ਗੱਲ ਨਹੀਂ ਹੈ, ਬਟ ਬੇਸਿਕਲੀ ਪੇਰੈਂਟਸ ਦੀ ਸੋਚ ਹਲੇ ਵੀ ਆਹੀ ਹੈ ਕਿ ਪੜ੍ਹਾ ਕੇ ਵਿਆਹ ਚੰਗਾ ਹੋ ਜੂ, ਰਿਸ਼ਤਾ ਅੱਛਾ ਆ ਜੂ, ਡਾਊਰੀ ਘੱਟ ਦੇਣੀ ਪਏਗੀ। ਦੇ ਆਰ ਨਾਟ ਥਿੰਕਿੰਗ ਫਰੋਮ ਦ ਗਰਲਸ ਪੁਆਇੰਟ ਆਫ ਵਿਊ ਕਿ ਇਹ ਸਿਆਣੀ ਹੋ ਜੂ, ਨਾਟ ਲਾਈਕ ਦੈਟ ਕਿ ਇਹਨੂੰ ਅਕਲ ਆ ਜੂ, ਸ਼ੀਲ ਰਨ ਹਰ ਲਾਈਫ ਬੈਟਰ, ਇਹ ਆਪਣੇ ਆਪ ਨੂੰ ਇੰਡੀਪੈਂਡੈਂਟ ਹੋਏਗੀ। ਉਹ ਸੋਚ ਹਲੇ ਵੀ ਨਹੀਂ ਹੈ, ਹਲੇ ਵੀ ਆਹੀ ਸੋਚ ਹੈ ਕਿ ਵਿਆਹ ਚੰਗਾ ਹੋ ਜਾਏਗਾ। ਬਿਲਕੁਲ, ਕਿਤੇ ਨਾ ਕਿਤੇ ਇਹ ਵੀ ਚੀਜ਼ ਹੁੰਦੀ ਨਾ ਕਿ ਮੈਰਿਜ ਤੋਂ ਬਾਅਦ ਕੁਝ ਗਰਲਸ ਜੌਬ ਕਰਨਾ ਚਾਹੁੰਦੀਆਂ ਨੇ, ਕੁਝ ਲਾਈਫ 'ਚ ਕਰਨਾ ਚਾਹੀਦਾ, ਵੀ ਸਟੱਡੀ ਬਹੁਤ ਕੀਤੀ ਹੁੰਦੀ ਹੈ, ਬਾਅਦ 'ਚ ਉਹਨਾਂ ਹੁੰਦਾ ਕਿ ਨਹੀਂ ਮੈਂ ਘਰ ਨਹੀਂ ਬੈਠਣਾ। ਪਰ ਕਿਤੇ ਨਾ ਕਿਤੇ ਹਸਬੈਂਡ ਦੇ ਵੱਲੋਂ ਜਾਂ ਲੌਜ਼ ਦੇ ਵੱਲੋਂ ਇਹ ਚੀਜ਼ ਕਹੀ ਜਾਂਦੀ ਕਿ ਨਹੀਂ ਤੈਨੂੰ ਕਿਸ ਚੀਜ਼ ਦੀ ਕਮੀ ਹੈ, ਤੈਨੂੰ ਹਰ ਚੀਜ਼ ਪ੍ਰੋਵਾਈਡ ਕਰ ਰਿਹਾ, ਤੂੰ ਘਰ ਬੈਠ ਕੇ ਸਿਰਫ ਘਰ ਹੀ ਸੰਭਾਲ। ਉੱਥੇ ਕਿਤੇ ਨਾ ਕਿਤੇ ਉਹ ਇੱਦਾਂ ਚੀਜ਼ ਲੱਗਦਾ ਕਿ ਮੈਂ ਵੀ ਇਨਸਾਨ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਂਦਾ ਆ। ਯੂ ਨੋ ਆਈ ਥਿੰਕ ਦੈਟ ਇਜ਼ ਅ ਪਰਸਨਲ ਸਟਰਗਲ। ਨਾਓ ਆਈਲ ਟੈਲ ਯੂ, ਇੱਕ ਕੁੜੀ ਸੀਗੀ ਜਵਾਹਰ ਵਾਲਾ ਪਿੰਡ ਤੋਂ। ਸੋ ਸ਼ੀ ਇਜ਼ ਆਲਸੋ ਫਰੋਮ ਅ ਫਾਰਮਰ ਸੁਸਾਈਡ ਫੈਮਿਲੀ। ਸੋ ਉਹਨੇ ਵੀ ਸਪੋਰਟਡ ਦੈਟ ਫੈਮਿਲੀ। ਉਹਨੇ ਸਕੂਲਿੰਗ ਕਰ ਲਈ, ਫਿਰ ਉਹਨੇ ਸਾਡੇ ਕਾਲਜ ਆ ਕੇ BA ਕੀਤੀ, BA ਕਰਕੇ MA ਪੰਜਾਬੀ ਕੀਤੀ। then she became a professor in our college also. ਹਾਂ, so that was really one of her success stories. She became a professor in our college. ਤੇ ਪ੍ਰੋਫੈਸਰ ਬਣਨ ਦੇ ਬਾਅਦ ਹੁਣ ਕਿੰਨੇ ਸਾਲ ਉਹਨੇ ਕੰਮ ਕੀਤਾ, ਲਾਈਕ 6-7 years she worked. ਉਹਦੇ ਬਾਅਦ ਹੁਣੀ ਉਹਦੀ ਸ਼ਾਦੀ ਹੋਈ ਹੈ। ਸੋ ਸ਼ੀ ਇਜ਼ ਮੈਰਿਡ ਇਨ ਸੰਗਰੂਰ ਐਂਡ ਓਵਰ ਦੇਅਰ ਆਲਸੋ ਸ਼ੀ ਸੈਡ ਕਿ 2 ਮਹੀਨੇ ਬਾਅਦ ਮੈਨੂੰ ਫੋਨ ਆਇਆ ਕਿ ਤੁਸੀਂ ਮੇਰੇ ਲਈ ਸੰਗਰੂਰ 'ਚ ਕਿਤੇ ਸਕੂਲ 'ਚ ਜੋਬ ਲੱਭ ਦਿਓ। ਮੈਂ ਕਿਹਾ ਕੀ ਹੋਇਆ? ਸ਼ੀ ਸਿੰਘ ਜਦ ਦੀ ਸ਼ਾਦੀ ਹੋਈ ਹੈ ਉਹਨਾਂ ਨੇ ਤਾਂ ਜਿਹੜੇ ਕੰਮ ਕਰਨ ਵਾਲੀ ਰੱਖੀ ਸੀ ਉਹ ਵੀ ਹਟਾਤੀ। ਹਾਂ ਹਾਂ, ਅਤੇ ਹੁਣ ਤਾਂ ਮੈਂ ਸੁਬਾਹ ਤੋਂ ਲੈ ਕੇ ਘਰ ਦਾ ਹੀ ਕੰਮ ਕਰਦੀ ਰਹਿੰਦੀ ਹਾਂ। ਤਾਂ ਮੇਰੇ ਹਸਬੈਂਡ ਕਹਿੰਦੇ ਸਾਰਾ ਕੁਝ ਜਿਵੇਂ ਤੁਸੀਂ ਕਿਹਾ ਪ੍ਰੋਵਾਈਡ ਤਾਂ ਕਰ ਰਹੇ ਹਾਂ ਅਸੀਂ। ਹਸਬੈਂਡ ਇਜ਼ ਵਰਕਿੰਗ, ਘਰ ਹੈਗਾ, ਸੋ ਯੂ ਸਟੇ ਐਟ ਹੋਮ, ਅਤੇ ਅਸੀਂ ਇਹਨੂੰ ਕਿਉਂ ਪੈਸੇ ਦੇਈਏ ਜਿਹੜੀ ਸਫਾਈ ਵਾਲੀ ਹੈ, ਤੂੰ ਖਾਣਾ ਬਣਾ। ਅਸੀਂ ਬਾਹਰਲੇ ਕਿਸੇ ਤੋਂ ਕਿਉਂ ਖਾਣਾ ਬਣਾਈਏ? ਮਦਰ ਇਨ ਲਾਅ ਇਜ਼ ਗੈਟਿੰਗ ਓਲਡ, ਤਾਂ ਹੀ ਤਾਂ ਸ਼ਾਦੀ ਕਰਾਈ ਸੀ, ਲਾਈਕ ਦੈਟ। ਸੋ ਹੁਣ ਆਈ ਫੀਲ, ਆਈ ਟੋਲਡ ਹਰ, ਮੈਂ ਕਿਹਾ ਯੂ ਹੈਵ ਦ ਕੁਆਲੀਫਿਕੇਸ਼ਨ, ਸਕੂਲਸ ਵਿੱਚ ਅਪਲਾਈ ਕਰੋ, ਪਰ ਉਹਦੀ ਇਹ ਘਰ ਵਿੱਚ ਸਟਰਗਲ ਇਜ਼ ਹਰ ਓਨ ਸਟਰਗਲ। ਹਾਊ ਸ਼ੀ ਵਿਲ ਕਨਵਿੰਸ ਹਰ ਹਸਬੈਂਡ ਐਂਡ ਹਰ ਦਿਸ ਥਿੰਗ। ਆਈ ਥਿੰਕ ਉੱਥੇ ਵੀ ਉਹ ਆਈ ਕਹਿ ਸਕਦੀ ਹੈ ਕਿ ਆਈ ਵਿਲ ਕੰਟਰੀਬਿਊਟ ਫਾਈਨੈਂਸ਼ੀਅਲੀ। ਬਿਲਕੁਲ, ਹੈ ਨਾ। ਸੋ ਦੀਜ਼ ਆਰ ਪਰਸਨਲ ਸਟਰਗਲਸ ਆਈ ਫੀਲ। ਹਰਮਨ ਜੀ, ਜੇਕਰ ਤੁਹਾਡੇ ਕੰਮ ਦੀ ਗੱਲ ਕਰੀਏ ਤਾਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆ ਇਸ ਸੰਸਥਾ ਨੂੰ ਚਲਾਉਂਦੇ ਹੋਏ? ਇੱਕ ਲੰਬਾ ਟਾਈਮ ਚੱਲ ਰਿਹਾ ਨਾ, ਕਾਫੀ ਟਾਈਮ ਤੋਂ ਤੁਸੀਂ ਚਲਾ ਰਹੇ ਹੋ। ਹਰ ਇੱਕ ਕੰਮ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਆ। ਕੀ ਤੁਹਾਡੀਆਂ ਮੁਸ਼ਕਿਲਾਂ ਰਹੀਆਂ ਇਸ ਪੂਰੇ ਟਾਈਮ ਵਿੱਚ? ਤੁਸੀਂ ਕੀ ਫੇਸ ਕੀਤਾ? ਅਸੀਂ ਹੁਣ ਇਹ ਚਲਾ ਰਹੇ ਹਾਂ 2003 ਵਿੱਚ ਇਹ ਆਰਗੇਨਾਈਜੇਸ਼ਨ ਰਜਿਸਟਰ ਹੋਈ ਸੀਗੀ ਜੀ। ਉਦੋਂ ਅਸੀਂ ਜਿਹੜੇ ਸਪੋਰਟ ਕਰਦੇ ਸੀ ਫੈਮਿਲੀਜ਼ ਨੂੰ, ਉਹ ਸਿਰਫ ਬਾਏ ਵਰਡ ਆਫ ਮਾਊਥ ਸੀਗਾ। ਆਪਣੇ ਫੈਮਿਲੀ ਵਿੱਚ ਹੀ ਕਿ ਡਿਸਕਸ ਕਰਕੇ, ਜਿਵੇਂ ਮੈਂ ਦੱਸਿਆ ਮੈਂ ਵੀ ਤਾਂ ਹੀ ਇਨਵੋਲਵ ਹੋਈ ਸੀ ਕਿਉਂਕਿ ਮੇਰੇ ਸਿਸਟਰ ਕਰ ਰਹੇ ਸੀ, ਫਾਦਰ ਕਰ ਰਹੇ ਸੀਗੇ। ਸੋ ਵਰਡ ਆਫ ਮਾਊਥ ਕਰਕੇ ਸੀਗਾ ਕਿ ਚਲੋ ਇਸ ਵਾਰੀ ਮੇਰੇ ਭੂਆ ਜੀ ਨੇ, ਉਹਨਾਂ ਨੇ ਕਿਹਾ ਮੈਂ 2 ਫੈਮਲੀਜ਼ ਅਡੋਪਟ ਕਰ ਲੈਂਦੀ ਹਾਂ, ਕਿੰਨਾ ਆਏਗਾ? ਫਿਰ ਅਸੀਂ ਪੂਰਾ ਸਾਲ ਦਾ ਕਰਦੇ ਹੁੰਦੇ ਸੀਗੇ ਕਿ ਇੱਦਾਂ ਅਸੀਂ ਉਹਨਾਂ ਨੂੰ ਮੰਥਲੀ ਇੰਨੇ ਦੇਣੇ ਹੈਗੇ ਨੇ, ਇਹਦੇ ਨਾਲ ਉਹਨਾਂ ਦਾ ਇਹ ਗੁਜ਼ਾਰਾ ਹੁੰਦਾ ਹੈ, ਬੱਚੇ ਸਕੂਲ ਜਾ ਸਕਦੇ ਨੇ ਅਤੇ ਉਹਨਾਂ ਦੀ ਬੇਸਿਕ ਸਸਟੇਨੈਂਸ ਹੋ ਸਕਦੀ ਹੈ। ਸੋ ਇਹ ਵੀ ਦੇਖਣਾ ਪਿਆ ਕਿ ਤੁਸੀਂ ਬਹੁਤ ਜ਼ਿਆਦਾ ਵੀ ਨਹੀਂ ਦੇ ਸਕਦੇ ਤਾਂ ਕਿ ਉਹਨਾਂ ਨੂੰ ਤੁਸੀਂ ਕੰਮ ਕਰਨ ਤੋਂ ਡਿਸਕਰੇਜ ਹੀ ਕਰ ਦਿਓ, ਅਤੇ ਤੁਸੀਂ ਇੱਕ ਟਾਈਮ 'ਤੇ ਬਹੁਤ ਜ਼ਿਆਦਾ ਨਹੀਂ ਦੇ ਸਕਦੇ। ਅਤੇ ਹਰ ਮਹੀਨੇ ਵੀ ਉਹਨਾਂ ਨੂੰ ਜਾ ਕੇ ਦੇਣਾ ਵਾਜ਼ਨਟ ਈਜ਼ੀ ਫॉर ਅਸ, ਕਿਉਂਕਿ ਉਹ ਟਰੈਵਲ ਕਰਕੇ, ਜਿਵੇਂ ਮੈਂ ਤੁਹਾਨੂੰ ਦੱਸਿਆ ਉਦੋਂ ਅਸੀਂ 135 ਫੈਮਲੀਜ਼ ਤੋਂ ਦੇ ਡਾਕੂਮੈਂਟ ਸਾਡੇ ਕੋਲ ਸੀਗੇ।
ਤਾਂ ਹਰੇਕ ਦੇ ਘਰ ਐ ਜਾ ਕੇ ਤਾਂ ਅਸੀਂ ਇਹ ਇਹਨਾਂ ਦੀ ਜਿਹੜੀ ਪੈਨਸ਼ਨ ਪਾਈ ਹੈ ਇਹ ਅਸੀਂ ਕੁਆਟਰਲੀ ਉਹਨਾਂ ਦੇ ਅਕਾਊਂਟ ਵਿੱਚ ਪਾ ਦਿੰਦੇ ਹਾਂ। ਓਕੇ। ਸੋ ਦੀ ਓਨਲੀ ਡਿਫਿਕਲਟ ਪਾਰਟ ਇਜ਼ ਟੂ ਸਪਰੈਡ ਦ ਵਰਡ। ਸ਼ੁਰੂ ਵਿੱਚ ਆਹੀ ਸੀਗਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਿਵੇਂ ਲਈਏ, ਤਾਂ ਵਰਡ ਆਫ ਮਾਊਥ ਸੀਗਾ। ਉਦੋਂ ਦਾ ਸੋਸ਼ਲ ਮੀਡੀਆ, ਫੇਸਬੁੱਕ ਵੀ ਨਹੀਂ ਸੀ, ਨਥਿੰਗ। ਉਦੋਂ ਸਾਨੂੰ ਬਾਹਰ ਤੋਂ ਇੱਕ ਦੋ ਬੜੀ ਡੈਡੀਕੇਟਿਡ ਲੋਕ ਮਿਲੇ। ਉਹ ਆਏ ਸੀਗੇ, ਉਹਨਾਂ ਦਾ ਨਾਮ ਸੀ ਮਨਮੀਤ ਐਂਡ ਹਰਪ੍ਰੀਤ। ਓਕੇ। ਉਹ ਦੇ ਵਰ ਮੇਕਿੰਗ ਅ ਡਾਕੂਮੈਂਟਰੀ ਔਨ ਫਾਰਮਰ ਸੁਸਾਈਡਸ, so called Harvest of Grief. In fact, they won an award also on the making of the documentary. ਅੱਛਾ, ਉਹਦੇ ਨਾਲ ਸਾਨੂੰ ਬੜੀ ਪਬਲਿਸਿਟੀ ਮਿਲੀ ਅਬਰੋਡ। ਉਹਨਾਂ ਨੇ ਤਾਂ ਸਾਡੇ ਕਾਫੀ ਡੋਨਰਸ ਉਦੋਂ ਬਾਹਰੋਂ ਆਉਣੇ ਸ਼ੁਰੂ ਹੋ ਗਏ। ਸੋ ਇਸ ਪੂਰੇ ਮਤਲਬ ਕਿ ਜਦੋਂ ਤੱਕ ਤੁਸੀਂ ਹੁਣ ਸਟਾਰਟ ਕੀਤਾ ਹੈ, ਚੱਲ ਰਿਹਾ ਆ, ਤੁਹਾਨੂੰ ਕੀ ਲੱਗਦਾ ਕੁਝ ਹਾਲਾਤ ਸੁਧਰੇ ਨੇ, ਕੁਝ ਇੰਪਰੂਵਮੈਂਟ ਹੋਈ ਆ, ਕੁਝ ਅਲੱਗ ਦੇਖਣ ਨੂੰ ਮਿਲਿਆ ਆ? ਹਾਲਾਤ ਤਾਂ ਨਹੀਂ ਸੁਧਰੀ। ਸੁਸਾਈਡ ਕੇਸਿਸ ਤਾਂ ਬਹੁਤ ਜ਼ਿਆਦਾ ਵਧੇ ਜਾ ਰਹੇ ਨੇ। ਇਨ ਫੈਕਟ ਆਈ ਹੈਵ ਦ ਕੇਸਿਸ ਆਫ ਦਿਸ ਈਅਰ ਇਟਸੈਲਫ। There are 138 suicides this year in just these two subdivisions, and we have 13 women who committed suicide this year. And I feel कि you know ਇੱਥੇ ਬੈਠੇ ਤੁਹਾਨੂੰ ਵੀ ਬੜਾ ਅਜੀਬ ਲੱਗੇਗਾ, but I always feel ਕਿ ਸਾਰਿਆਂ ਨੂੰ ਜੋ ਵੀ ਸੁਣਦਾ ਹੈਗਾ ਉਹ ਕਦੀ ਜੇ ਇੰਟਰਸਟਿਡ ਹੈਗਾ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਕੇ ਦੇਖਣਾ ਚਾਹੀਦਾ ਹੈਗਾ। ਵਿਜ਼ੂਅਲਸ ਹੈਵ ਅ ਡਿਫਰੈਂਟ ਇੰਪੈਕਟ ਆਲਵੇਜ਼। ਮੇਰੇ ਕਹਿਣ ਨਾਲ ਇੰਨਾ ਫਰਕ ਨਹੀਂ ਪੈਣਾ, ਜਿੰਨਾ ਇੰਨਾ ਬਿਲੀਵੇਬਲ ਨਹੀਂ ਲੱਗਦਾ ਹੈਗਾ ਜਿੰਨਾ ਜਾ ਕੇ ਸਿਚੁਏਸ਼ਨ ਬਿਲੀਵੇਬਲ ਲੱਗਦੀ ਹੈ। ਹੁਣ ਆਈ ਹੈਵ ਸੀਨ ਜਿਹੜੇ ਬਾਹਰ ਤੋਂ ਅਬਰੋਡ ਤੋਂ ਕਈ ਵਾਰੀ ਟੀਮਸ ਆਉਂਦੀਆਂ। ਵੀ ਹੈਵ ਟੀਮਸ ਫਰੋਮ ਕੋਰਨੈਲ ਯੂਨੀਵਰਸਿਟੀ ਮੈਡੀਕਲ ਕਾਲਜ ਹੂ ਹੈਵ ਕਮ ਟੂ ਆਲਸੋ ਰਿਸਰਚ ਕਿ ਇਹ ਏਰੀਆ 'ਚ ਇੰਨੇ ਸੁਸਾਈਡਸ ਕਿਉਂ ਹੋ ਰਹੇ ਨੇ। ਸੋ ਇਨ ਫੈਕਟ ਦੇ ਆਲਸੋ ਹੈਡ ਅ ਕੁਐਸਚਨ ਟੂ ਆਸਕ ਕਿ ਜਦ ਪਿੰਡਾਂ ਦੇ ਘਰ ਜਿਵੇਂ ਤੁਸੀਂ ਦੇਖੇ ਦੇ ਹੈਵ ਅ ਲਿਟਲ ਕੋਰਟਯਾਰਡ ਅਤੇ ਕਮਰਾ ਹੈਗਾ ਚਾਹੇ ਕੱਚਾ ਹੈਗਾ, ਕਿਉਂਕਿ ਉਹਨਾਂ ਲਈ ਤਾਂ ਦੇ ਫੀਲ ਦੇ ਹੈਵ ਅਕੋਮੋਡੇਸ਼ਨ। ਬਿਲਕੁਲ ਉਹਨਾਂ ਦੇ ਥੋਟ ਪ੍ਰੋਸੈਸ ਨਾਲ ਤਾਂ ਕਹਿੰਦੇ ਦੇ ਹੈਵ ਅਕੋਮੋਡੇਸ਼ਨ, ਦੇ ਹੈਵ ਲਿਟਲ ਬਿਟ ਆਫ ਲੈਂਡ, ਤੇ ਵਾਈ ਦੇ ਕਮਿਟਿੰਗ ਸੁਸਾਈਡ। ਸੋ ਉਹਨਾਂ ਨੂੰ ਵੀ ਇਹ ਸਮਝਾਉਣਾ ਆਪਣਾ ਕਲਚਰ ਕਿ ਵਾਈ ਡਿਡ ਦੇ ਹੈਵ ਟੂ ਟੇਕ ਡੈਟ, ਲੋਨ ਕਿਉਂ ਲੈਣਾ ਪਿਆ। ਲੋਨ ਜਿਵੇਂ ਲਿੱਤਾ ਗਿਆ ਉਹਨਾਂ ਨੂੰ ਫਿਰ ਦੱਸਣਾ ਪਿਆ ਕਿ ਭਈ ਇੰਟਰਸਟ ਰੇਟ ਆਪਣਾ ਬਾਹਰ ਜਿਵੇਂ ਨਹੀਂ ਹੈਗਾ, ਉਦੋਂ ਇੰਟਰਸਟ ਰੇਟ ਵਾਜ਼ ਰੇਂਜਿੰਗ ਬਿਟਵੀਨ 18 to 24%। ਬਿਲਕੁਲ। ਤਾਂ ਇਹ ਵਾਪਸ ਦੇਣਾ ਹੀ ਬੜਾ ਮੁਸ਼ਕਿਲ ਸੀਗਾ। ਸੋ ਇਹ ਜਿਹੀਆਂ ਡਿਫਿਕਲਟੀਜ਼ ਇਜ਼ ਓਨਲੀ ਟੂ ਮੇਕ ਪੀਪਲ ਅੰਡਰਸਟੈਂਡ। ਇਟ ਇਜ਼ ਜਸਟ ਦੈਟ। ਐਂਡ ਆਈ ਹੈਵ ਸੀਨ ਕਿ ਇੱਥੇ ਜਦ ਅਸੀਂ my children were studying in a school here, so there was this program called Parents in Partnership. So ਉਹਦੇ 'ਚ ਅਸੀਂ ਨਾ 15,000 collect ਕੀਤਾ ਉਹਨਾਂ। ਉਹ ਕੀ ਹੁੰਦਾ ਇਹਨਾਂ ਦਾ ਕੋਈ, it was like a fair they had one day. Okay. So we collected 15,000. So ਬੜਾ ਕੁਛ ਕਿ ਅਸੀਂ ਕਿੱਥੇ ਖਰਚੀਏ ਤਾਂ ਕਿ ਬੱਚੇ ਵੀ ਮੋਟੀਵੇਟ ਹੋਣ, ਉਹਨਾਂ ਨੂੰ ਦਿਖਾਇਆ ਜਾਏ ਕਿ ਅਸੀਂ ਦੇਖੋ ਐ ਮੀਨਿੰਗਫੁਲ ਜਗ੍ਹਾ ਦਿੱਤੇ। So we thought we can either pay for some poor student, for some poor child's medical bill, PGI ਵਿੱਚ ਜਾ ਕੇ ਉਹ ਕਰ ਸਕਦੇ ਹਾਂ। So in fact that's the first time I spoke in the school and I told them that you know there are these suicides happening which is not too far away. ਆਪਣੇ ਚੰਡੀਗੜ੍ਹ ਤੋਂ 150 ਕਿਲੋਮੀਟਰ ਦੂਰ ਤੇ ਦੇਖੋ ਆਹ ਹਾਲ ਹੈਗਾ, ਤੇ ਆਪਾਂ ਇੱਕ ਫੈਮਿਲੀ ਨੂੰ ਅਡੋਪਟ ਕਰ ਲਿਆ, ਬੱਚੇ ਐਜੂਕੇਟ ਹੋਣਗੇ। I mean you're an educational society and ਅਗਰ ਆਪਾਂ ਬੱਚਿਆਂ ਨੂੰ ਪੜ੍ਹਾਈਏ। So they were happy with it, but it was very disheartening ਕਿਉਂਕਿ ਉਹ ਚਾਹੁੰਦੇ ਸੀਗੇ ਕਿ ਜੇ ਅਸੀਂ ਇਹ ਚੈਰਿਟੀ ਕਰਨੀ ਹੈਗੀ ਹੈ ਨਾ ਤਾਂ ਆਪਾਂ ਦਿਖਾ ਕੇ ਕਰੀਏ ਕਿ ਜਿਹੜੀ ਫੈਮਿਲੀ ਨੂੰ ਆਪਾਂ ਸਪੋਰਟ ਕਰਾਂਗੇ ਉਹਨਾਂ ਨੂੰ ਤੁਸੀਂ ਅਸੈਂਬਲੀ ਵਿੱਚ ਲਿਆਓ ਅਤੇ ਉਹਨਾਂ ਨੂੰ ਦੱਸੋ ਕਿ ਅਸੀਂ ਆਹ ਫੈਮਿਲੀ ਨੂੰ ਸਪੋਰਟ ਕਰ ਰਹੇ ਹਾਂ, ਯੂ ਨੋ ਉਹਨਾਂ ਦੇ ਬਾਰੇ ਸਾਰਾ ਦੱਸੋ। ਆਈ ਕੰਪਲੀਟਲੀ ਰਿਫਿਊਜ਼ਡ। ਓਕੇ। ਆਈ ਸੈਡ ਯੂ ਕੈਨ ਨਾਟ ਡੂ ਦਿਸ। ਫਸਟ ਆਫ ਆਲ ਚੈਰਿਟੀ ਬਿਗਨਸ ਐਟ ਹੋਮ, ਐਂਡ ਜੇ ਤੁਸੀਂ ਇਹ ਦਿਖਾ ਕੇ ਕਰਨ ਵਾਲਾ ਕੰਮ ਹੈਗਾ ਦੈਟਸ ਆਲਸੋ ਰੋਂਗ ਥਿੰਗ ਯੂ ਆਰ ਟੀਚਿੰਗ ਦ ਚਿਲਡਰਨ। ਹਰਮਨ ਜੀ, ਜੇਕਰ ਗੱਲ ਕੀਤੀ ਜਾਵੇ ਤਾਂ ਇਹ ਚੀਜ਼ ਤਾਂ ਬਹੁਤ ਵਾਰ ਦੇਖਣ ਨੂੰ ਜਾਂ ਸੁਣਨ ਨੂੰ ਮਿਲਦੀ ਕਿ ਜਿਹੜਾ ਘਰ ਦਾ ਮੁਖੀਆ ਉਹਦੇ ਉੱਤੇ ਸਾਰੀ ਰਿਸਪੌਂਸਿਬਿਲਿਟੀ ਹੁੰਦੀ ਹੈ ਘਰ ਦੇ, ਅਤੇ ਕਿਤੇ ਨਾ ਕਿਤੇ ਉਹ ਉਸ ਚੀਜ਼ ਦੇ ਕਰਕੇ ਸੁਸਾਈਡ ਕਰ ਲੈਂਦਾ ਹੈ, ਕਿਤੇ ਨਾ ਕਿਤੇ ਕਰਜ਼ਾ ਹੋਣ ਕਰਕੇ ਸੁਸਾਈਡ ਕਰ ਲੈਂਦਾ ਹੈ। ਪਰ ਵੂਮਨਸ ਜਿਹੜੀਆਂ ਨੇ ਉਹਨਾਂ ਦਾ ਜਿਹੜੀ ਇਹ ਸੰਖਿਆ ਅੰਕੜੇ ਜਿਹੜੇ ਵੱਧ ਰਹੇ ਨੇ, ਉਹਨਾਂ ਦੇ ਬਾਰੇ ਕੀ ਕਹੋਗੇ? ਕੀ ਰੀਜ਼ਨ ਤੁਹਾਨੂੰ ਲੱਗਦਾ ਹੈ ਮੇਨ ਕਿ ਉਹ ਸੁਸਾਈਡ ਕਿਉਂ ਕਰ ਰਹੀਆਂ ਨੇ? ਇਹ ਇਸ ਵਾਰੀ ਇਸ ਸਾਲ ਸਭ ਤੋਂ ਪਹਿਲੀ ਵਾਰੀ ਦੇਖਣ 'ਚ ਆ ਰਿਹਾ ਕਿ ਵੀ ਹੈਵ 13 women suicides in this area. ਇੰਨਾ ਕਦੀ ਨਹੀਂ ਹੋਇਆ ਸੀ ਪਹਿਲਾਂ। ਵੀ ਹੈਡ one odd case
ਇਸ ਸਾਲ 13 ਕੇਸਿਸ ਹੈ। ਨਾਲੇ ਆਈ ਫੀਲ ਦੇਖੋ ਜੇ ਘਰ 'ਚ ਕੋਈ ਤੰਗੀ ਹੈਗੀ ਹੈ ਇੰਪੈਕਟ ਸਾਰਿਆਂ 'ਤੇ ਹੀ ਪੈਂਦਾ ਐਂਡ ਕੋਈ ਲੈ ਸਕਦਾ ਉਹ ਬਰਡਨ, ਕੋਈ ਨਹੀਂ ਲੈ ਸਕਦਾ ਉਹ ਬਰਡਨ। ਤੇ ਆਈ ਫੀਲ ਸਭ ਤੋਂ ਜ਼ਿਆਦਾ ਅਸਰ ਮਦਰ 'ਤੇ ਹੀ ਪੈਂਦਾ। ਉਹ ਆਪਣੇ ਬੱਚਿਆਂ ਦਾ ਬੁਰਾ ਹਾਲ ਜਾਂ ਉਹਨਾਂ ਨੂੰ ਸਕੂਲ ਤੋਂ ਕੱਢਣਾ, ਤੁਸੀਂ ਨਹੀਂ ਅਫੋਰਡ ਕਰ ਸਕਦੇ ਉਹ ਸਭ ਕਰਨਾ, ਸਭ ਤੋਂ ਜ਼ਿਆਦਾ ਅਸਰ ਮੈਂਟਲੀ ਇਮੋਸ਼ਨਲੀ ਮਦਰ 'ਤੇ ਪੈਂਦਾ। ਸੋ ਕਈ ਵਾਰੀ ਇਹ ਵੀ ਅਸੀਂ ਸੋਚਦੇ ਹੁੰਦੇ ਹਾਂ ਕਿ ਜਦ ਫਾਦਰ ਨੇ ਕਿਉਂ ਸੁਸਾਈਡ ਕਰ ਲਿਆ, ਕਿਹੜਾ ਡੈਟ ਖਤਮ ਹੋ ਗਿਆ, ਹੁਣ ਉਹੀ ਪ੍ਰੈਸ਼ਰ ਮਦਰ 'ਤੇ ਆ ਗਿਆ ਹੈਗਾ। ਉਹੀ ਲੋਕ ਮਦਰ ਦੇ ਦਰਵਾਜ਼ੇ 'ਤੇ ਖਟਕਾਉਂਦੇ ਆ ਕਿ ਹੁਣ ਵਾਪਸ ਪੂਰਾ ਕਰੋ। ਪਰ ਉਹ ਕਿਤੇ ਨਾ ਕਿਤੇ ਰੈਜ਼ੀਲੀਅੰਸ ਆਈ ਥਿੰਕ ਵਿਮਨ ਵਿੱਚ ਜ਼ਿਆਦਾ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਦੇਖ ਕੇ ਇਹ ਸਟੈਪ ਨਹੀਂ ਲੈਂਦੇ। ਅਸੀਂ ਵੀ ਬੜੇ ਹੈਰਾਨ ਆ ਕਿ ਇਸ ਸਾਲ ਸਪੈਸ਼ਲੀ ਇੰਨੇ ਕੇਸਿਸ ਕਿਉਂ ਹੋਏ ਨੇ ਐਂਡ ਵਿਮਨ ਕੇਸਿਸ ਕਿਉਂ ਹੋਏ ਨੇ। ਸੋ ਵੀ ਆਰ ਗੋਇੰਗ ਪਰਸਨਲੀ ਟੂ ਮੋਸਟ ਆਫ ਦ ਫੈਮਿਲੀਜ਼। I have visited 3 last month and ਜਿੱਥੇ ਬੱਚਾ ਬਹੁਤ ਛੋਟਾ ਹੈਗਾ, ਇੱਕ ਬੇਟਾ ਹੈਗਾ ਤੇ ਫਾਦਰ ਮੈਨੂੰ ਮਿਲੇ ਤੇ ਦਾਦੀ ਮਿਲੀ ਮੈਨੂੰ, ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਬਿਮਾਰ ਸੀ, ਕੀ ਗੱਲ ਹੋਈ ਸੀ, ਕੋਈ ਕਈ ਨੂੰ ਡਿਪਰੈਸ਼ਨ ਸੀ, ਕੁਝ ਸੀਗਾ, ਕਹਿੰਦੇ ਪਰ ਉਹ ਝੇਲ ਹੀ ਨਹੀਂ ਪਾਈ। ਓਕੇ। ਫਿਰ ਇਹ ਤੁਹਾਡੀ ਰੈਜ਼ੀਲੀਅੰਸ ਹੈਗੀ, ਹੁਣ ਇਹ ਅਫੈਕਟ ਤਾਂ ਸਾਰੀ ਫੈਮਿਲੀ ਨੂੰ ਹੀ ਕਰਦਾ ਹੈ। ਬਿਲਕੁਲ ਸਾਰੀ ਫੈਮਿਲੀ ਨੂੰ ਕਰਦਾ। ਹੁਣ ਤੁਸੀਂ ਜਾ ਕੇ ਵਿਜ਼ਿਟ ਕਰੋ, ਚਾਹੇ ਉਹਨਾਂ ਦੇ ਸਨ ਨੇ ਸੁਸਾਈਡ ਕੀਤੀ ਹੈ ਜਾਂ ਡਾਟਰ ਇਨ ਲਾਅ ਨੇ ਸੁਸਾਈਡ ਕੀਤੀ ਹੈਗੀ ਹੈ, ਗ੍ਰੈਂਡ ਪੇਰੈਂਟਸ ਤਾਂ ਕਹਿੰਦੇ ਕਿ ਟਾਈਮ ਤਾਂ ਸਾਡਾ ਸੀਗਾ ਜਾਣ ਦਾ ਤੇ ਸਾਡੇ ਬੱਚੇ ਹੀ ਚਲੇ ਗਏ, ਹੁਣ ਸਾਨੂੰ ਤਾਂ ਆਪਣੇ ਪੋਤੇ ਪੋਤਿਆਂ ਨੂੰ ਦੇਖਣਾ ਹੀ ਪੈਣਾ। ਸੋ ਹਰਮਨ ਜੀ, ਜਿਵੇਂ ਕਿ ਹੈ ਨਾ ਸੰਸਥਾ ਤੁਹਾਡੀ ਚੱਲ ਰਹੀ ਹੈ, ਤੁਸੀਂ ਤਾਂ ਮਦਦ ਕਰ ਹੀ ਰਹੇ ਪਰ ਨਾਲ ਦੀ ਨਾਲ ਹੈ ਨਾ ਤੁਸੀਂ ਇੱਕ ਹੋਕਾ ਵੀ ਦੇ ਰਹੇ ਹੋ ਲੋਕਾਂ ਨੂੰ, ਹੋਰਾਂ ਨੂੰ ਕਿ ਨਾਲ ਜੁੜੋ, ਇੱਕ ਮਦਦ ਕਰੋ ਅੱਗੇ ਆ ਕੇ। ਤਾਂ ਕਿਵੇਂ ਦਾ ਰਿਸਪੌਂਸ ਜਿਹੜਾ ਤੁਹਾਨੂੰ ਅਲੱਗ-ਅਲੱਗ ਲੋਕਾਂ ਦੇ ਕੋਲੋਂ ਮਿਲ ਰਿਹਾ ਜਾਂ ਦੇਖਣ ਨੂੰ ਮਿਲ ਰਿਹਾ ਹੈ? ਇੱਥੇ ਬਿਕੋਜ਼ ਦੇयर ਵਾਸ ਨੋ ਸੋਸ਼ਲ ਮੀਡੀਆ ਵੈਨ ਵੀ ਸਟਾਰਟਡ, ਇੱਥੇ ਪਹਿਲਾਂ ਤਾਂ ਵਰਡ ਆਫ ਮਾਊਥ ਨਾਲ ਸ਼ੁਰੂ ਹੋਇਆ। ਦੈਨ ਆਈ ਵਾਜ਼ ਮੈਂਸ਼ਨਿੰਗ ਹਰਪ੍ਰੀਤ ਐਂਡ ਮਨਮੀਤ, ਦੇ ਆਰ ਫਰੋਮ ਵਾਸ਼ਿੰਗਟਨ। ਉਹਨਾਂ ਨੇ ਆ ਕੇ ਆਪਣੀ ਡਾਕੂਮੈਂਟਰੀ ਬਣਾਈ। ਉਹਦੇ ਨਾਲ there were many other very nice people who were studying, basically students abroad who wanted to study and research ਕਰਨਾ ਚਾਹੁੰਦੇ ਸੀ ਇਹ ਸਬਜੈਕਟ। there was this girl Malika Sarkaria, she really supported us। ਸੇ ਉਹਨਾਂ ਨੇ ਜਾ ਕੇ ਉੱਥੇ ਗੱਲ ਕੀਤੀ, ਲੋਕਾਂ ਨੂੰ ਥੋੜ੍ਹਾ ਬਹੁਤ ਪਤਾ ਚੱਲਿਆ। in the meantime in 2010 I got selected by Harvard University to be one of the bridge builders, international bridge builders for that year in the Institute of Public Policy, Department of Public Policy। And I was also wondering ki I'm also just a graduate ki what am I going to go and tell them in Harvard? I was a little nervous, but then I felt ki actually they wanted to know how we are running a project like this in minimum amount that we are managing, because ਬੜੀਆਂ organizations like CRY, Child ਇਹ ਕਰਦੇ ਨੇ ਪਰ ਇਹਨਾਂ ਦੇ ਬਹੁਤ ਪੈਸੇ ਲੱਗਦੇ to adopt one child is say about 1500 rupees। So we wanted to, so they wanted to know what is our module of working। So it was a very interesting exposure। ਉਹਦੇ ਬਾਅਦ we got a lot of support from the US and I happened to also go to UK and there were some radio interviews and all that। So word of mouth, we got few donors they agge donors, word of mouth ਨਾਲ। and I think the main thing what we have kept in mind from the beginning is transparency in our organization ਕਿ ਇਹ ਆਪਸ਼ਨ ਤੁਹਾਡੀ ਹੈ, ਸਾਡੇ ਸਪੋਰਟਰਸ ਦੀ ਹੈਗੀ ਹੈ ਕਿ ਤੁਸੀਂ ਉਹਨਾਂ ਨੂੰ ਡਾਇਰੈਕਟਲੀ ਪੈਸੇ ਦੇਣੇ ਆ ਕਿ ਸਾਡੇ ਥਰੂ ਦੇਣੇ ਆ। ਬੈਂਕ ਅਕਾਊਂਟ ਇਹ ਹੈਗਾ ਇਹ ਫੈਮਿਲੀ ਦਾ, ਤੁਸੀਂ ਸਾਡੇ ਕੋਲ ਡਾਕੂਮੈਂਟਡ ਕੇਸਿਸ ਨੇ, ਫੋਟੋਗ੍ਰਾਫਸ ਹੈਗੀਆਂ ਨੇ, ਵਿਲੇਜ ਨਾਮ ਹੈਗਾ, ਪਿੰਡ ਦੇ ਸਰਪੰਚ ਦਾ ਐਫੀਡੇਵਿਟ ਨਾਲ ਲੱਗਿਆ ਹੋਇਆ ਤੇ ਫੋਨ ਨੰਬਰ ਹੈਗਾ। ਸੋ ਦੈਟ ਯੂ ਮੇਕ ਸ਼ੋਰ ਕਿ ਤੁਸੀਂ ਕਿਹੜੀ ਫੈਮਿਲੀ ਨੂੰ ਅਡੋਪਟ ਕਰਨਾ ਤੇ ਤੁਸੀਂ ਡਾਇਰੈਕਟਲੀ ਕਰਨਾ ਤਾਂ ਡਾਇਰੈਕਟਲੀ ਕਰੋ, ਸਾਡੇ ਥਰੂ ਕਰਨਾ ਤਾਂ ਸਾਡੇ ਥਰੂ ਕਰੋ। ਆਈ ਥਿੰਕ ਦਿਸ ਹੈਲਪਡ ਅਸ ਅ ਲੋਟ ਬਿਕੋਜ਼ ਜਦ ਲੋਕ ਡਾਇਰੈਕਟਲੀ ਕਰਨਾ ਸ਼ੁਰੂ ਕਰਦੇ ਹੈ ਤੇ ਕਈ ਵਾਰੀ ਬਾਹਰੋਂ ਸਾਡੇ ਸਪੋਰਟਰਸ ਆਏ ਤੇ ਕਹਿੰਦੇ ਅਸੀਂ ਆਪਣੀ ਫੈਮਿਲੀ ਨੂੰ ਮਿਲ ਕੇ ਆਉਣਾ ਹੈ, ਯੂ ਵਿਲ ਨਾਟ ਬਿਲੀਵ ਉਹ ਜ਼ਿਆਦਾ ਸਪੈਸ਼ਲ ਅਸਿਸਟੈਂਸ ਦੇਣ ਲੱਗ ਗਏ। ਉਹ ਜਾ ਕੇ ਦੇਖਣ ਲੱਗੇ ਕਿ ਯੂ ਨੋ ਉਹ ਸਾਡੇ ਕੋਲ ਐਕਸਟਰਾ ਕਲੋਥ ਨੇ, ਕੱਪੜੇ ਵੰਡਣ ਲੱਗ ਗਏ। ਅੱਛਾ ਇਹਨਾਂ ਕੋਲੇ ਇਹਨਾਂ ਦਾ ਪਿੰਡ ਦਾ ਸਕੂਲ ਇੰਨੇ ਕਿਲੋਮੀਟਰ ਤੇ ਇਹਨੂੰ ਸਾਈਕਲ ਖਰੀਦ ਕੇ ਦੇ ਗਏ। ਸੋ ਵੈਨ ਦੇਰ ਇਜ਼ ਪਰਸਨਲ ਟੱਚ ਇਨਵੋਲਵਡ ਦੇਰ ਇਜ਼ ਮੋਰ ਹੈਲਪ।
So, and when there is transparency, कि एनी टाइम यू कैन चेक योर मनी इज़ गोइंग हियर, ਤੁਸੀਂ ਸਾਡੇ ਤੋਂ ਕਰਨਾ ਸਾਡੇ ਤੋਂ ਕਰੋ, ਵੀ ਆਰ ਨॉट इंटरेस्टेड, ਵੀ ਆਰ इंटरेस्टेड टू फैसिलिटेट more than do it through ourselves. जी. कि that has really worked for us. ਜੀ ਬਿਲਕੁਲ ਹਰਮਨ ਜੀ, ਮੈਂ ਹੁਣ ਜਾਂਦਿਆਂ ਦੇ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਪਹਿਲਾਂ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਸਾਡੇ ਨਾਲ ਗੱਲਬਾਤ ਕੀਤੀ ਤੇ ਨਾਲ ਦੀ ਨਾਲ ਕਿ ਤੁਸੀਂ ਇੱਕ ਬਹੁਤ ਹੀ ਵਧੀਆ ਜਿਹੜੀ ਇਹ ਚੀਜ਼ ਕਰ ਰਹੇ ਹੋ ਸੋਸਾਇਟੀ ਦੇ ਵਿੱਚ, ਦੂਸਰਿਆਂ ਦੇ ਲਈ ਮਿਸਾਲ ਬਣ ਰਹੇ ਹੋ। ਬਹੁਤ ਸਾਰੀ ਲੜਕੀਆਂ ਲੇਡੀਜ਼ ਨੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਮੋਟੀਵੇਟ ਕਰਨਗੀਆਂ, ਕੁਝ ਲਾਈਫ ਦੇ ਵਿੱਚ ਅੱਗੇ ਕਰਨਾ ਚਾਹਣਗੀਆਂ। ਕਈ ਵਾਰ ਅਸੀਂ ਹੁੰਦੇ ਹਾਂ ਕਿ ਅਸੀਂ ਕੁਝ ਕਰਨਾ ਚਾਹੁੰਦੇ ਪਰ ਨਹੀਂ ਕਰ ਪਾਉਂਦੇ। ਸੋ ਮੈਨੂੰ ਲੱਗਦਾ ਕਿ ਤੁਹਾਡੀ ਇਸ ਇੰਟਰਵਿਊ ਨੂੰ ਦੇਖਣ ਤੋਂ ਬਾਅਦ ਉਹ ਵੀ ਲੜਕੀਆਂ ਇੱਕ ਵਾਰ ਜ਼ਰੂਰ ਸੋਚਣਗੀਆਂ ਕਿ ਨਹੀਂ, ਅਸੀਂ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਕਰੀਏ ਜੋ ਅਸੀਂ ਕਰ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਸੋ ਇਹ ਸਨ ਅੱਜ ਸਾਡੇ ਨਾਲ ਸਾਡੇ ਇਸ ਖਾਸ ਐਪੀਸੋਡ ਦੇ ਵਿੱਚ ਹਰਮਨ ਜੀ, ਜਿਨ੍ਹਾਂ ਨੇ ਕਿ ਸਾਡੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਕਿਵੇਂ ਉਹ ਸੁਸਾਇਟੀ ਦੇ ਵਿੱਚ ਦੂਸਰੀਆਂ ਲੜਕੀਆਂ ਦੇ ਲਈ, ਬੱਚਿਆਂ ਦੇ ਲਈ ਹੈਲਪ ਕਰ ਰਿਹਾ, ਜਿੰਨਾ ਜ਼ਿਆਦਾ ਉਹਨਾਂ ਦੇ ਕੋਲੋਂ ਹੋ ਪਾ ਰਿਹਾ ਹੈ, ਜਿਸ ਤਰੀਕੇ ਦੇ ਨਾਲ ਉਹ ਕਰ ਪਾ ਰਹੇ ਨੇ, ਉਸ ਤਰੀਕੇ ਦੇ ਨਾਲ ਉਹ ਜਿਹੜਾ ਇਹਨਾਂ ਸਭ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਹਮੇਸ਼ਾ ਹੀ ਅਸੀਂ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਲੱਗ-ਅਲੱਗ ਸ਼ਖਸੀਅਤਾਂ ਦੇ ਨਾਲ, ਉਹਨਾਂ ਦੇ ਨਾਲ ਜੋ ਕਿਤੇ ਨਾ ਕਿਤੇ ਦੂਸਰਿਆਂ ਨੂੰ ਇਨਸਪਾਇਰ ਕਰਦੇ ਨੇ, ਦੂਸਰਿਆਂ ਦੇ ਲਈ ਇੱਕ ਐਗਜ਼ਾਮਪਲ ਬਣਦੇ ਨੇ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਸਾਡਾ ਐਪੀਸੋਡ ਪਸੰਦ ਆਇਆ ਹੋਵੇਗਾ। ਅਗਲੀ ਵਾਰ ਫਿਰ ਤੋਂ ਤੁਹਾਡੀ ਮੁਲਾਕਾਤ ਕਰਵਾਵਾਂਗੀ ਕਿਸੇ ਹੋਰ ਸ਼ਖਸੀਅਤ ਦੇ ਨਾਲ। ਉਦੋਂ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।